कलगियां वाले ने कलगियां वाले ने पिता कुर्बान करके फिर खालसा पंथ सजा दिता। इस पंथ नू राज ते भाग दे के तखत ताज दा वाली बना दिता। मुर्दा कौम नू अणख दी जाग ला के मुर्दा कौम नू अणख दी जाग ला के बाज चिड़ियां दे कोलों तुड़वा दिता। दसम पिता ने नूर जी मुख विचों जो कुछ कहा सो करके वखा दिता। इनू गुरु दशमेश जी ने साजिया साज पंजा नू ते फेर सीने वाजिया। इनू गुरु दशमेश जी ने साजिया साज पंजा नू ते फेर सीने वाजिया। पंथ नानक चलाया सिद्धा मार्ग दिखाया। पंथ नानक चलाया सिद्धा मार्ग दिखाया। झंडा केसरी है इसने चलाउणा खंडे तार पंथ खालसे राज हिंद विच सच दा चलाउणा। खंडे तार पंथ खालसे राज हिंद विच सच दा चलाउणा। खंडे तार पंथ खालसे होया तेग विचों पैदा पंथ खालसा चल सके ना कोई इस दी जलालसा। होया तेग विचों पैदा पंथ खालसा चल सके ना कोई इस दी जलालसा। होया तेग विचों पैदा पंथ खालसा चल सके ना कोई इस दी जलालसा। होया तेग विचों पैदा पंथ खालसा चल सके ना कोई इस दी जलालसा। परमात्मा दी मौज ए अकाल दी है फौज। परमात्मा दी मौज ए अकाल दी है फौज। इन सारियां नू साथ है रलाउणा खंडे तार पंथ खालसे राज हिंद विच सच दा चलाउणा। खंडे तार पंथ खालसे राज हिंद विच सच दा चलाउणा। खंडे तार पंथ खालसे वाली बने गाए तख्ते ते ताज दा हो सुपना शिकार महाराज दा। वाली बने गाए तख्ते ते ताज दा हो सुपना शिकार महाराज दा। वाली बने गाए तख्ते ते ताज दा हो सुपना शिकार महाराज दा। वाली बने गाए तख्ते ते ताज दा हो सुपना शिकार महाराज दा। उच्चे नीवें ते गरीब जाग पैणगे नसीब।
ਉੱਚੇ ਨੀਵੇਂ ਤੇ ਗਰੀਬ ਜਾਗ ਪੈਣਗੇ ਨਸੀਬ ਉੱਚੇ ਨੀਵੇਂ ਤੇ ਗਰੀਬ ਜਾਗ ਪੈਣਗੇ ਨਸੀਬ ਇਹਨੇ ਦੁਖੀਆਂ ਦਾ ਦਰਦ ਵੰਡਾਉਣਾ ਖੰਡੇ ਤਾਰ ਪੰਥ ਖਾਲਸੇ ਰਾਜ ਹਿੰਦ ਵਿੱਚ ਸੱਚ ਦਾ ਚਲਾਉਣਾ ਖੰਡੇ ਤਾਰ ਪੰਥ ਖਾਲਸੇ ਰਾਜ ਹਿੰਦ ਵਿੱਚ ਸੱਚ ਦਾ ਚਲਾਉਣਾ ਖੰਡੇ ਤਾਰ ਪੰਥ ਖਾਲਸੇ ਦੇਸ਼ ਜ਼ਾਲਮਾਂ ਤੋਂ ਮੁਕਤ ਕਰਾਵਣਾ ਇੱਥੇ ਸਾਂਝੀਵਾਲ ਸਭ ਨੇ ਸਿਧਾਵਣਾ ਉਹ ਕਾਮ ਨਹੀਂ ਕਦੇ ਵੀ ਖਤਮ ਹੁੰਦੀ ਉਹ ਕਾਮ ਨਹੀਂ ਕਦੇ ਵੀ ਖਤਮ ਹੁੰਦੀ ਜਿਸ ਕਾਮ ਦਾ ਨਿਸ਼ਾਨਾ ਬੁਲੰਦ ਹੋਵੇ ਜਿਸ ਕਾਮ ਦਾ ਪਿਤਾ ਸ਼ਹੀਦ ਹੋਵੇ ਅਤੇ ਸ਼ਹੀਦ ਹੀ ਅੱਗੋਂ ਫਰਜ਼ੰਦ ਹੋਵੇ ਸੇਜਾਂ ਛੱਡ ਕੇ ਸਥਰ ਵਿਛਾਏ ਜਿਹੜਾ ਸੂਲਾਂ ਉੱਤੇ ਵੀ ਜਿਹਨੂੰ ਆਨੰਦ ਹੋਵੇ ਉਹਦੀ ਕੌਮ ਮੁਕਾਏਗੀ ਪੈਂਡਿਆਂ ਨੂੰ ਉਹਦੀ ਕੌਮ ਮੁਕਾਏਗੀ ਪੈਂਡਿਆਂ ਨੂੰ ਤੇ ਭਾਵੇਂ ਬਿਖੜਾ ਨੂਰ ਜੀ ਪੰਧ ਹੋਵੇ ਦੇਸ਼ ਜ਼ਾਲਮਾਂ ਤੋਂ ਮੁਕਤ ਕਰਾਵਣਾ ਇੱਥੇ ਸਾਂਝੀਵਾਲ ਸਭ ਨੇ ਸਦਾਵਣਾ ਦੇਸ਼ ਜ਼ਾਲਮਾਂ ਤੋਂ ਮੁਕਤ ਕਰਾਵਣਾ ਇੱਥੇ ਸਾਂਝੀਵਾਲ ਸਭ ਨੇ ਸਦਾਵਣਾ ਦੇਸ਼ ਜ਼ਾਲਮਾਂ ਤੋਂ ਮੁਕਤ ਕਰਾਵਣਾ ਇੱਥੇ ਸਾਂਝੀਵਾਲ ਸਭ ਨੇ ਸਦਾਵਣਾ ਦੇਸ਼ ਜ਼ਾਲਮਾਂ ਤੋਂ ਮੁਕਤ ਕਰਾਵਣਾ ਇੱਥੇ ਸਾਂਝੀਵਾਲ ਸਭ ਨੇ ਸਦਾਵਣਾ ਪੰਥ ਖਾਲਸਾ ਸਹਾਵੇ ਨੂਰ ਝੱਲਿਆ ਨਾ ਜਾਵੇ ਪੰਥ ਖਾਲਸਾ ਸੁਹਾਵੇ ਨੂਰ ਝੱਲਿਆ ਨਾ ਜਾਵੇ ਦਸ ਰਲ ਮਿਲ ਢਾਡੀ ਜਥੇ ਗਾਉਣਾ ਖੰਡੇ ਤਾਰ ਪੰਥ ਖਾਲਸੇ ਹਿੰਦ ਵਿੱਚ ਸੱਚ ਦਾ ਚਲਾਉਣਾ ਖੰਡੇ ਤਾਰ ਪੰਥ ਖਾਲਸੇ ਰਾਜ ਹਿੰਦ ਵਿੱਚ ਸੱਚ ਦਾ ਚਲਾਉਣਾ ਖੰਡੇ ਤਾਰ ਪੰਥ ਖਾਲਸੇ ਰਾਜ ਹਿੰਦ ਵਿੱਚ ਸੱਚ ਦਾ ਚਲਾਉਣਾ ਖੰਡੇ ਤਾਰ ਪੰਥ ਖਾਲਸੇ ਰਾਜ ਹਿੰਦ ਵਿੱਚ ਸੱਚ ਦਾ ਚਲਾਉਣਾ ਖੰਡੇ ਤਾਰ ਪੰਥ ਖਾਲਸੇ ਖਾਲਸੇ ਕਲਗੀਆਂ ਵਾਲੇ ਨੇ ਪਿਤਾ ਕੁਰਬਾਨ ਕਰਕੇ ਫੇਰ ਖਾਲਸਾ ਪੰਥ ਸਜਾ ਦਿੱਤਾ। ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਪਾਵਨ ਸ਼ੁਭ ਗੁਰਪੁਰਬ ਮਨਾਉਂਦਿਆਂ ਹੋਇਆਂ ਦੀਨ ਦਇਆਲ ਸਤਿਗੁਰੂ ਗੁਰੂ ਗਰੀਬ ਨਿਵਾਜ ਕਰੁਣਾ ਨਿਦਾਨ ਕਿਰਪਾ ਦੇ ਸਾਗਰ ਬਖਸ਼ਿੰਦ ਬਖਸ਼ਣਹਾਰ ਮਿਹਰਬਾਨ ਦਇਆਵਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਸ਼ਬਦ ਰੂਪੀ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਇੱਕ ਵਾਰ ਸਾਰੀ ਸੰਗਤ ਸਤਿਗੁਰੂ ਜੀ ਦੇ ਸਤਿਕਾਰ ਪਿਆਰ ਵਿੱਚ
ਗੁਰਮੂਰਤ ਗੁਰ ਸ਼ਬਦ ਹੈ ਹਿਰਦੇ ਵਿੱਚ ਧਿਆਉਂਦਿਆਂ ਹੋਇਆਂ ਸਤਕਾਰ ਸਹਿਤ ਫਤਿਹ ਅਰਜ਼ ਕਰਦੇ ਹੋਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਬੁਲਾਵੇ ਤਿਉਂ ਬੋਲਾ ਹੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਨਦਰੇ ਅਨਾਇਤ ਕੀਤੀ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਸਰਦਾਰ ਅਵਤਾਰ ਸਿੰਘ ਜੀ ਕੂਨਰ ਸਮੂਹ ਅਕਾਲ ਚੈਨਲ ਦੀ ਸਮੁੱਚੀ ਟੀਮ ਵੱਲੋਂ ਰਲ ਮਿਲ ਕੇ ਖਾਲਸਾ ਪੰਥ ਦਾ ਸਿਰਜਣਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇੰਗਲੈਂਡ ਬਰਮਿੰਗਮ ਸਟੂਡੀਓ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀਆਂ ਦੇ ਜਾਪ ਹੋ ਵੀ ਰਹੇ ਨੇ। ਅੰਮ੍ਰਿਤਮਈ ਬਾਣੀ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਗੁਰੂ ਕੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ। ਗੁਰੂ ਕੇ ਕਥਾਵਾਚਕ ਸਾਹਿਬਾਨ ਉਹਨਾਂ ਨੇ ਗੁਰਬਾਣੀ ਗੁਰ ਸ਼ਬਦ ਵਿਚਾਰ ਆਪ ਜੀ ਨੂੰ ਸਰਵਣ ਕਰਵਾਈ। ਕੁਝ ਸਮਾਂ ਮਹਾਰਾਜ ਨੇ ਢਾਡੀ ਵਾਰਾਂ ਦਾ ਬਖਸ਼ਿਸ਼ ਕੀਤਾ। ਆਓ ਖਾਲਸਾ ਸਿਰਜਣਾ ਦਿਵਸ ਦਾ ਇਤਿਹਾਸ ਢਾਡੀ ਵਾਰਾਂ ਦੇ ਰੂਪ ਵਿੱਚ ਆਪ ਸੰਗਤ ਦੇ ਸਨਮੁਖ ਅਰਜ਼ ਕਰਨ ਲੱਗੇ ਹਾਂ। ਆਓ ਪਿਆਰ ਸਹਿਤ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਇਤਿਹਾਸ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਸਾਰੇ ਸੰਸਾਰ ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ। ਸਮੁੱਚਾ ਸੰਸਾਰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਿਹਾ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਹੌਲੀ ਹੌਲੀ ਇਸ ਮੁਸੀਬਤ ਦੀ ਮੁਸ਼ਕਲ ਦੀ ਘੜੀ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਥੋੜ੍ਹਾ ਰਾਹਤ ਮਹਿਸੂਸ ਕਰ ਰਹੇ ਨੇ। ਗੁਰੂ ਦੀ ਕਿਰਪਾ ਨਾਲ ਲੋਕ ਸੁਖਾਵਾਂ ਸਮਾਂ ਹੁਣ ਬਤੀਤ ਕਰਨ ਲੱਗ ਪਏ ਨੇ। ਇੱਕ ਵਾਰ ਸਰਬੱਤ ਦਾ ਭਲਾ ਮੰਗਦੇ ਹੋਏ ਸਾਰੀ ਸੰਗਤ ਸਾਰੀ ਮਾਨਵਤਾ ਦੇ ਭਲੇ ਦੀ ਅਰਦਾਸ ਕਰਦਿਆਂ ਹੋਇਆਂ ਇੱਕ ਵਾਰ ਪਿਆਰ ਸਹਿਤ ਆਖੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਸ਼ਬਦ ਤਕਰੀਬਨ 6 ਸਦੀਆਂ ਤੋਂ ਵੱਧ ਸਮਾਂ ਹੋ ਗਿਆ ਹੈ। ਭਗਤ ਕਬੀਰ ਸਾਹਿਬ ਜੀ ਨੂੰ ਇਹ ਸੰਸਾਰ ਉੱਤੇ ਆਇਆ। ਭਗਤ ਕਬੀਰ ਸਾਹਿਬ ਜੀ ਦੀ ਗੁਰਬਾਣੀ ਉਹਨਾਂ ਦੀ ਰਚਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਦਰਜ ਹੈ। ਭਗਤ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਆਪਣੀ ਅੰਮ੍ਰਿਤਮਈ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ। ਇਹ ਸ਼ਬਦ ਉਹਨਾਂ ਨੇ ਆਪਣੀ ਬਾਣੀ ਵਿੱਚ ਵਰਤਿਆ ਹੈ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਖਾਲਸੇ ਤੋਂ ਭਾਵ ਪਵਿੱਤਰ ਹੋ ਜਾਣਾ, ਸ਼ੁੱਧ ਹੋ ਜਾਣਾ, ਨਿਰਮਲ ਹੋ ਜਾਣਾ, ਪ੍ਰਭੂ ਵਿੱਚ ਅਭੇਦ ਹੋ ਜਾਣਾ, ਜਿਹਦੇ ਵਿੱਚ ਕੋਈ ਮਿਲਾਵਟ ਨਾ ਰਹੇ, ਜਿਹੜਾ ਬਿਲਕੁਲ ਖਾਲਿਸ ਹੋ ਜਾਏ, ਜਿਹਦੇ ਵਿੱਚ ਕੋਈ ਵੈਰ ਨਾ ਰਹੇ, ਕੋਈ ਭਾਉ ਨਾ ਰਹੇ, ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੋਈ ਅਸਰ ਨਾ ਰਹੇ, ਜਿਹੜਾ ਇੱਕਮਿਕ ਹੋ ਜਾਏ ਪ੍ਰਭੂ ਦੇ ਵਿੱਚ, ਉਹਨੂੰ ਖਾਲਸਾ ਕਿਹਾ ਜਾਂਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਸਦੀਆਂ ਪਹਿਲਾਂ ਗੁਰਬਾਣੀ ਵਿੱਚ ਆਪਣੀ ਮੁਬਾਰਕ ਕਲਮ ਨਾਲ ਲਿਖਿਆ ਹੈ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ। ਇਸ ਤੋਂ ਅੱਗੇ ਸਮਾਂ ਆਪਣੀ ਚਾਲੇ ਚੱਲਦਾ ਹੈ। ਜਿਹੜਾ ਖਾਲਸਾ ਸ਼ਬਦ ਹੈ ਸਾਧ ਸੰਗਤ ਇਹ ਅਰਬੀ ਜ਼ੁਬਾਨ ਦਾ ਸ਼ਬਦ ਹੈ। ਖਾਲਸਾ ਸ਼ਬਦ ਦਾ ਭਾਵ ਹੈ ਕਿ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਜੋ ਸ਼ੁੱਧ ਹੈ। ਦੂਸਰਾ ਇਹਦਾ ਅਰਥ ਹੈ ਜਿਹੜੀ ਜ਼ਮੀਨ ਬਾਦਸ਼ਾਹ ਦੇ ਸਿੱਧੀ ਅਧਿਕਾਰ ਖੇਤਰ ਵਿੱਚ ਆਉਂਦੀ ਹੋਵੇ, ਜਿਸ ਜ਼ਮੀਨ ਦੀ ਇਨਕਮ ਦੇ ਵਿੱਚ ਸਰਕਾਰ ਦੇ ਵਿਚਾਲੇ ਕੋਈ ਵਿਚੋਲਾ ਨਾ ਰਹਿ ਜਾਵੇ, ਕਿਸੇ ਜ਼ਗੀਰਦਾਰ ਦਾ ਜਿਹਦੇ ਉੱਤੇ ਕੋਈ ਅਸਰ ਨਾ ਹੋਵੇ, ਕਿਸੇ ਵੀ ਦੁਨਿਆਵੀ ਹੋਰ ਕਿਸੇ ਮਨੁੱਖ ਦਾ ਜਿਹਦੇ ਉੱਤੇ ਕੋਈ ਪ੍ਰਬੰਧ ਨਾ ਹੋਵੇ, ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ, ਜਿਹਦਾ ਸਾਰਾ ਲੇਖਾ ਜੋਖਾ ਹਿਸਾਬ ਕਿਤਾਬ ਬਾਦਸ਼ਾਹ ਦੇ ਅਧੀਨ ਹੋਵੇ, ਉਹਨੂੰ ਕਿਹਾ ਜਾਂਦਾ ਖਾਲਸਾ ਜ਼ਮੀਨ। ਉਹਨੂੰ ਉਸ ਜ਼ਮੀਨ ਨੂੰ ਖਾਲਸਾ ਕਰਾਰ ਦੇ ਦਿੱਤਾ ਜਾਂਦਾ ਵੀ ਇਹ ਸਿੱਧੀ ਬਾਦਸ਼ਾਹ ਦੇ ਅਧੀਨ ਹੈ। ਤੇ ਸਾਧ ਸੰਗਤ ਜਿਵੇਂ ਜਿਹੜੀ ਸਿੱਧੀ ਜ਼ਮੀਨ ਬਾਦਸ਼ਾਹ ਦੇ ਅਧੀਨ ਹੋਵੇ, ਉਹਦੇ ਪ੍ਰਬੰਧ ਹੇਠ ਹੋਵੇ, ਤਾਂ ਉਹਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ ਵੀ ਇਹ ਖਾਲਸਾ ਜ਼ਮੀਨ ਹੈ। ਇਹਦੇ ਉੱਤੇ ਕਿਸੇ ਜਗੀਰਦਾਰ ਦਾ ਜਾਂ ਕਿਸੇ ਹੋਰ ਦਾ ਕੋਈ ਪ੍ਰਭਾਵ ਨਹੀਂ, ਕੋਈ ਉਹਦਾ ਆਦੇਸ਼ ਨਹੀਂ, ਕੋਈ ਉਹਦਾ ਪ੍ਰਬੰਧ ਲਾਗੂ ਨਹੀਂ ਹੁੰਦਾ। ਸਿੱਧਾ ਬਾਦਸ਼ਾਹ ਦਾ ਪ੍ਰਬੰਧ ਲਾਗੂ ਹੁੰਦਾ, ਉਹਦਾ ਹੁਕਮ ਲਾਗੂ ਹੁੰਦਾ, ਇਹਦੀ ਸਿੱਧੀ ਕਮਾਈ ਉਹਦੇ ਅਧੀਨ ਹੈ, ਉਹਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਪੰਥ ਵਿੱਚ ਜਿਹੜਾ ਖਾਲਸਾ ਸ਼ਬਦ ਹੈ ਇਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਵਰਤਿਆ ਹੈ। ਖਾਲਸਾ ਸ਼ਬਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮਿਆਂ ਵਿੱਚ ਵਰਤੋਂ ਵਿੱਚ ਲਿਆਂਦਾ। ਆਪ ਸੰਗਤ ਨੂੰ ਬਿਲਕੁਲ ਯਾਦ ਹੈ, ਆਪ ਸੰਗਤ ਇਤਿਹਾਸ ਪੜ੍ਹਨ ਵਾਲੇ ਹੋ, ਇਤਿਹਾਸ ਸੁਣਨ ਵਾਲੇ ਹੋ, ਗੁਰ ਇਤਿਹਾਸ ਦੇ ਪ੍ਰੇਮੀ ਹੋ, ਗੁਰੂ ਕੀ ਸੰਗਤ ਆਪ ਜਾਣਦੇ ਹੋ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਮਹਾਰਾਜ ਨੇ ਨਿਯੁਕਤ ਕੀਤੀ। ਗੁਰੂ ਘਰ ਦਾ ਉਪਦੇਸ਼, ਗੁਰੂ ਘਰ ਦਾ ਸੰਦੇਸ਼ ਸੌਖੇ ਤਰੀਕੇ ਨਾਲ ਦੁਨੀਆ ਭਰ ਦੇ ਕੋਨੇ ਵਿੱਚ ਵਸਣ ਵਾਲੀਆਂ ਸੰਗਤਾਂ ਤੱਕ ਪਹੁੰਚੇ। ਉਹਦੇ ਵਿੱਚ ਵੀ ਮਸੰਦ ਆਪਣੀ ਸੇਵਾ ਨਿਭਾਇਆ ਕਰਦੇ ਸਨ। ਜਿਹੜੀਆਂ ਸੰਗਤਾਂ
ਗੁਰੂ ਦਰਬਾਰ ਵਿੱਚ ਲਗਾਤਾਰ ਨਹੀਂ ਆ ਸਕਦੀਆਂ, ਜਾਂ ਜਿਹੜੀਆਂ ਸੰਗਤਾਂ ਦੇਰੀ ਨਾਲ ਆਉਂਦੀਆਂ ਨੇ, ਉਹਨਾਂ ਦੂਰ ਦੁਰਾਡੇ ਬੈਠੀਆਂ ਹੋਈਆਂ ਸੰਗਤਾਂ ਤੱਕ ਗੁਰੂ ਘਰ ਦੇ ਹੁਕਮਨਾਮੇ, ਗੁਰੂ ਕਾ ਸੰਦੇਸ਼ ਪਹੁੰਚਦਾ ਰਹੇ। ਮਹਾਰਾਜ ਨੇ ਇਹਦੇ ਵਾਸਤੇ ਮਸੰਦ ਨਿਯੁਕਤ ਕੀਤੇ। ਉਹਦੇ ਨਾਲ ਇੱਕ ਹੋਰ ਸੇਵਾ ਮਹਾਰਾਜ ਨੇ ਮਸੰਦਾਂ ਦੀ ਝੋਲੀ ਵਿੱਚ ਪਾਈ। ਉਹ ਇਹ ਸੀ ਵੀ ਜਿਹੜੀਆਂ ਸੰਗਤਾਂ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਦੀਆਂ ਸਨ, ਆਪ ਨਹੀਂ ਸਨ ਉਹ ਕਈ ਵਾਰ ਸੰਗਤਾਂ ਆ ਸਕਦੀਆਂ ਹੁੰਦੀਆਂ ਰੁਝੇਵਿਆਂ ਕਾਰਨ, ਕਿਉਂਕਿ ਸਤ ਸੰਗਤ ਆਪ ਜਾਣਦੇ ਹੋ, ਹੁਣ ਭਾਵੇਂ ਗੱਡੀਆਂ ਮੋਟਰਾਂ ਦਾ ਸਮਾਂ ਹੈ, ਹਵਾਈ ਜਹਾਜ਼ਾਂ ਦਾ ਸਮਾਂ ਹੈ, ਪਰ ਪੁਰਾਣੇ ਸਮੇਂ ਦੇ ਅੰਦਰ ਅੱਜ ਤੋਂ ਕਈ ਸਦੀਆਂ ਪਹਿਲਾਂ ਪੈਦਲ ਚੱਲ ਕੇ ਆਉਣਾ ਜਾਂ ਊਠਾਂ ਬੈਲ ਗੱਡੀਆਂ ਦੀਆਂ ਸਵਾਰੀਆਂ ਕਰਕੇ ਆਉਣਾ ਕਈ ਮਹੀਨਿਆਂ ਦਾ ਸਫ਼ਰ ਹੋਇਆ ਕਰਦਾ ਸੀ। ਸੋ ਇਸ ਲਈ ਹਰ ਗੁਰਸਿੱਖ ਵਾਸਤੇ ਇਹ ਸੰਭਵ ਨਹੀਂ ਸੀ ਵੀ ਉਹ ਆਪਣੀ ਦਸਵੰਧ ਭੇਟਾ ਚੜਾਉਣ ਵਾਸਤੇ ਜਲਦੀ ਨਾਲ ਗੁਰੂ ਦਰਬਾਰ ਵਿੱਚ ਆ ਸਕੇ। ਲੰਮਾ ਸਮਾਂ ਗੁਰੂ ਕਿਸੇ ਕੱਢ ਕੇ ਲੰਮੇ ਸਮੇਂ ਬਾਅਦ ਗੁਰੂ ਚਰਨਾਂ ਵਿੱਚ ਜ਼ਰੂਰ ਦਰਸ਼ਨ ਦਿਦਾਰੇ ਕਰਨ ਵਾਸਤੇ ਆਇਆ ਕਰਦੇ ਸਨ। ਤੇ ਜੇ ਕਿਸੇ ਸਿੱਖ ਦੇ ਮਨ ਵਿੱਚ ਭਾਵਨਾ ਹੈ ਕਿ ਮੈਂ ਜਾ ਤੇ ਨਹੀਂ ਸਕਦਾ ਰੁਝੇਵਿਆਂ ਕਾਰਨ ਗੁਰੂ ਦਰਬਾਰ ਵਿੱਚ, ਪਰ ਮੈਂ ਆਪਣੀ ਭੇਟਾ ਜਿਹੜੀ ਹੈ ਮੈਂ ਕੋਈ ਸੌਗਾਤ ਮਹਾਰਾਜ ਨੂੰ ਭੇਟ ਕਰਨੀ ਚਾਹੁੰਦਾ ਹਾਂ, ਕੋਈ ਬਸਤਰ ਭੇਟਾ ਕਰਨੇ ਨੇ, ਕੋਈ ਲੰਗਰ ਦੀਆਂ ਰਸਤਾਂ ਭੇਟਾ ਕਰਨੀਆਂ ਨੇ, ਕੋਈ ਮਾਇਆ ਭੇਟਾ ਕਰਨੀ ਹੈ, ਤੇ ਉਹ ਮਹਾਰਾਜ ਨੇ ਇਸ ਵਾਸਤੇ ਮਸੰਦ ਨਿਯੁਕਤ ਕੀਤੇ ਕਿ ਉਹ ਸੰਗਤ ਦੀ ਜਿਹੜੀ ਭੇਟਾ ਹੈ ਉਹ ਸਤਿਗੁਰੂ ਦੇ ਦਰਬਾਰ ਤੱਕ ਪਹੁੰਚਦੀ ਕਰਦਿਆਂ ਕਾਰਨ ਇਹ ਪਰੰਪਰਾ, ਇਹ ਮਰਿਆਦਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਇਹ ਮਸੰਦ ਪ੍ਰਥਾ ਜਿਹੜੀ ਆਰੰਭ ਕੀਤੀ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਹੁਕਮਨਾਮੇ ਵਿੱਚ ਖਾਲਸਾ ਸੰਗਤ ਸ਼ਬਦ ਵਰਤਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਹੁਕਮਨਾਮਿਆਂ ਦੇ ਵਿੱਚ ਖਾਲਸਾ ਸ਼ਬਦ ਵਰਤਦੇ ਨੇ। ਮਹਾਰਾਜ ਨੇ ਆਖਿਆ ਇਹ ਸੰਗਤ ਮੇਰਾ ਖਾਲਸਾ ਹੈ। ਛੇਵੇਂ ਪਾਤਸ਼ਾਹ ਜੀ ਦੇ ਹੁਕਮਨਾਮੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ। ਤੇ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਹੁਕਮਨਾਮੇ ਵਿੱਚ ਵੀ ਸੰਗਤ ਨੂੰ ਖਾਲਸਾ ਸ਼ਬਦ ਮਹਾਰਾਜ ਨੇ ਵਰਤਿਆ ਹੈ। ਮਹਾਰਾਜ ਨੇ ਕਿਹਾ ਇਹ ਸੰਗਤ ਮੇਰੀ ਖਾਲਸਾ ਸੰਗਤ ਹੈ। ਖਾਲਸਾ ਸੰਗਤ ਉਸ ਸੰਗਤ ਨੂੰ ਕਿਹਾ ਜਾਂਦਾ ਸੀ ਜਿਹੜੀ ਕਿਸੇ ਮਸੰਦ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀ ਆਉਂਦੀ, ਜਿਹੜੀ ਸੰਗਤ ਦੇ ਇਲਾਕੇ ਵਿੱਚ ਕੋਈ ਮਸੰਦ ਨਹੀਂ, ਜਾਂ ਜਿਹੜੀ ਸੰਗਤ ਸਿੱਧੀ ਆਪਣੀ ਭੇਟਾ ਗੁਰੂ ਦਰਬਾਰ ਵਿੱਚ ਪਹੁੰਚਾਇਆ ਕਰਦੀ ਸੀ, ਜਾਂ ਜਿਹੜੀ ਸੰਗਤ ਸਿੱਧੀ ਸਤਿਗੁਰੂ ਪਾਤਸ਼ਾਹ ਨੂੰ ਆ ਕੇ ਆਪਣੀ ਭੇਟਾ ਅਰਪਣ ਕਰਿਆ ਕਰਦੀ ਸੀ, ਜਿੱਥੇ ਕੋਈ ਮਸੰਦ ਸੇਵਾ ਵਿੱਚ ਨਹੀਂ ਸੀ। ਮਹਾਰਾਜ ਕਿਹਾ ਕਰਦੇ ਸਨ ਇਹ ਇਸ ਇਲਾਕੇ ਦੀ ਸੰਗਤ ਸਾਡੀ ਖਾਲਸਾ ਸੰਗਤ ਹੈ, ਇਹ ਗੁਰੂ ਦਰਬਾਰ ਵਿੱਚ ਸਿੱਧੀ ਆਪਣੀ ਭੇਟਾ ਅਰਪਣ ਕਰਦੀ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮਨਾਮੇ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁਕਮਨਾਮੇ ਵਿੱਚ ਆਪ ਜੀ ਨੂੰ ਖਾਲਸਾ ਸੰਗਤ ਸ਼ਬਦ ਜਿਹੜਾ ਹੈ ਉਹ ਪੜ੍ਹਨ ਨੂੰ ਮਿਲੇਗਾ। ਉਸ ਤੋਂ ਅੱਗੇ ਸਮਾਂ ਆਪਣੀ ਚੱਲਦਾ ਹੈ। ਚੌਥੇ ਪਾਤਸ਼ਾਹ ਜੀ ਤੋਂ ਲੈ ਕੇ ਮਸੰਦ ਪ੍ਰਥਾ ਸ਼ੁਰੂ ਹੋਈ। ਬੜਾ ਵੱਡਾ ਉਹਨਾਂ ਨੇ ਸਿੱਖੀ ਪ੍ਰਚਾਰ ਵਿੱਚ ਯੋਗਦਾਨ ਪਾਇਆ। ਲੰਮਾ ਸਮਾਂ ਉਹ ਪੀੜ੍ਹੀ ਦਰ ਪੀੜ੍ਹੀ ਇਮਾਨਦਾਰ ਵੀ ਰਹੇ, ਗੁਰੂ ਘਰ ਦਾ ਪ੍ਰਚਾਰ ਵੀ ਕਰਦੇ ਰਹੇ, ਕਾਰ ਸੇਵਾ ਵੀ ਸਤਿਗੁਰਾਂ ਤੱਕ ਭੇਜਦੇ ਰਹੇ। ਇਤਿਹਾਸ ਕਹਿੰਦਾ ਜਿਵੇਂ ਜਿਵੇਂ ਪੀੜ੍ਹੀਆਂ ਉਹਨਾਂ ਦੀਆਂ ਬਦਲਦੀਆਂ ਗਈਆਂ, ਪੰਜਵੇਂ ਪਾਤਸ਼ਾਹ ਜੀ ਤੋਂ ਅੱਗੇ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਇੱਧਰ ਗੁਰੂ ਪਾਤਸ਼ਾਹ ਜਿਹੜੀ ਜੋਤ ਹੈ ਵੱਖ-ਵੱਖ ਸਰੂਪਾਂ ਵਿੱਚ ਧਰਦੇ ਹੋਏ ਮਹਾਰਾਜ ਅੱਗੇ ਸੇਵਾ ਨਿਭਾ ਰਹੇ ਨੇ। ਪਰ ਜਿਹੜੀ ਉਧਰ ਮਸੰਦ ਪ੍ਰਥਾ ਹੈ ਉਹਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਗਿਰਾਵਟ ਆਉਣੀ ਸ਼ੁਰੂ ਹੋ ਗਈ। ਨੌਵੇਂ 10ਵੇਂ ਪਾਤਸ਼ਾਹ ਤੱਕ ਆਉਂਦਿਆਂ ਜਿਹੜੇ ਸਨ ਮਸੰਦ ਗੁਰਮਤ ਦੀ ਜਿਹੜੀ ਮਰਿਆਦਾ ਹੈ ਉਹਦੇ ਤੋਂ ਕਿਤੇ ਨਾ ਕਿਤੇ ਦੂਰ ਹੋਣ ਲੱਗ ਪਏ। ਕਿਤੇ ਨਾ ਕਿਤੇ ਗੁਰੂ ਘਰ ਦਾ ਜਿਹੜਾ ਉਪਦੇਸ਼ ਸੀ ਉਹਨਾਂ ਨੇ ਉਹਨੂੰ ਗਲਤ ਤਰੀਕੇ ਨਾਲ ਸੰਗਤ ਦੇ ਵਿੱਚ ਪੇਸ਼ ਕਰਨਾ, ਜਾਂ ਨਿਰੋਲ ਜਿਹੜਾ ਗੁਰਮਤ ਦਾ ਸਿਧਾਂਤ ਹੈ ਉਹ ਸੰਗਤ ਤੱਕ ਨਾ ਪਹੁੰਚਦਾ ਕਰਨਾ, ਆਪਣੀ ਮਨਮਰਜ਼ੀ ਮੁਤਾਬਕ ਉਹਨਾਂ ਨੇ ਜਿਹੜਾ ਗੁਰੂ ਘਰ ਦਾ ਉਪਦੇਸ਼ ਹੈ ਸੰਗਤ ਤੱਕ ਪਹੁੰਚਾਉਣਾ। ਅਤੇ ਕੁਝ ਮਸੰਦ ਜਿਹੜੇ ਸਨ ਹਉਮੈ ਵਸ ਹੋ ਕੇ, ਹੰਕਾਰ ਵਸ ਹੋ ਕੇ ਸੰਗਤ ਦਾ ਨਰਾਦਰ ਵੀ ਅਪਮਾਨ ਕਰਨ ਲੱਗ ਪਏ, ਨਰਾਦਰ ਕਰਨ ਲੱਗ ਪਏ, ਅਪਮਾਨ ਕਰਨ ਲੱਗ ਪਏ। ਕਈਆਂ ਨੇ ਗਰੀਬ ਦੇ ਘਰੋਂ ਪ੍ਰਸ਼ਾਦਾ ਤੱਕ ਨਾ ਛਕਣਾ ਤੇ ਅਮੀਰ ਨੂੰ ਬਹੁਤੀ ਪਹਿਲ ਦੇਣੀ। ਜੇ ਕਿਸੇ ਮਸੰਦ ਨੇ ਕਿਸੇ ਗਰੀਬ ਦੇ ਘਰ ਵੀ ਜਾ ਕੇ ਪ੍ਰਸ਼ਾਦਾ ਛਕਣਾ ਤੇ ਬਹੁਤੀਆਂ ਫਰਮਾਇਸ਼ਾਂ ਉਹਨੇ ਪੇਸ਼ ਕਰਨੀਆਂ ਵੀ ਤੁਸੀਂ ਆਹ ਕੁਝ ਮੇਰੇ ਵਾਸਤੇ ਪੇਸ਼ ਕਰੋਗੇ ਤੇ ਤੁਹਾਡੀ ਸੇਵਾ ਪ੍ਰਵਾਨ ਹੋਏਗੀ। ਜੇ ਕੋਈ ਗਰੀਬ ਸਿੱਖ ਨਾ ਉਹ ਸ਼ਰਤਾਂ ਜਿਹੜੀਆਂ ਮਨਜ਼ੂਰ ਕਰ ਪਾਉਂਦਾ, ਉਸ ਤਰੀਕੇ ਨਾਲ ਸੇਵਾ ਨਾ ਕਰ ਪਾਉਂਦਾ, ਉਹ ਪ੍ਰਸ਼ਾਦਿਆਂ ਨੂੰ ਠੁਕਰਾਉਂਦੇ ਹੋਏ ਮਸੰਦ ਫਿੱਕੇ ਬੋਲਦੇ ਵਾਪਸ ਆ ਜਾਇਆ ਕਰਦੇ ਸਨ। ਜੇ ਕਿਸੇ ਗਰੀਬ ਸਿੱਖ ਨੇ ਥੋੜੀ ਭੇਟਾ ਦਿੱਤੀ ਉਹ ਨਾ ਪ੍ਰਵਾਨ ਕਰਨੀ, ਸਗੋਂ ਉਹਨੂੰ ਫਿੱਕਾ ਬੋਲਣਾ। ਜੇ ਕਿਸੇ ਸਿੱਖ ਨੇ ਕੋਈ ਵੱਡੀ ਭੇਟਾ, ਬਹੁਤੀ ਭੇਟਾ ਗੁਰੂ ਪਾਤਸ਼ਾਹ ਵਾਸਤੇ ਭੇਟ ਕੀਤੀ, ਉਹ ਅੱਧੀ ਕੀ ਮਹਾਰਾਜ ਤੱਕ ਪਹੁੰਚਾਇਆ ਕਰਦੇ ਸਨ ਤੇ ਅੱਧਿਓਂ ਵੱਧ ਆਪ ਹਜਮ ਕਰ ਜਾਇਆ ਕਰਦੇ ਸਨ। ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਮਸੰਦ ਪ੍ਰਥਾ ਇੰਨੀ ਜ਼ਿਆਦਾ ਹੈਵੀ ਹੋਈ, ਉਹਨਾਂ ਦੀਆਂ ਲਗਾਤਾਰ ਕਈ ਸ਼ਿਕਾਇਤਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਤੱਕ ਆਉਣ ਲੱਗ ਪਈਆਂ। ਯਾਦ ਰੱਖਣਾ ਸਾਧ ਸੰਗਤ, ਬਾਬਾ ਰਾਮ ਰਾਏ ਦੇਹਰਾਦੂਨ ਦੇ ਇਲਾਕੇ ਵਿੱਚ ਰਹਿੰਦਾ ਹੈ। ਕਲਗੀਧਰ ਪਾਤਸ਼ਾਹ ਜਾਣਦੇ ਸਨ ਵੀ ਉਸ ਨੂੰ ਉਹਦੇ ਮਸੰਦਾਂ ਵੱਲੋਂ ਕਿੰਨਾ ਤੰਗ ਪਰੇਸ਼ਾਨ ਕੀਤਾ ਗਿਆ, ਤੇ ਉਹਦੀ ਜਿਹੜੀ ਸੰਗਤ ਹੈ ਉਹਨੂੰ ਕਿਵੇਂ ਗੁਰਮਤ ਦੇ ਦਾਇਰੇ ਤੋਂ ਦੂਰ ਕਰਕੇ ਆਪਣੇ ਮਗਰ ਲਗਾ ਕੇ ਮਸੰਦਾਂ ਨੇ ਕੀ ਕੁਝ ਉਹਦੇ ਨਾਲ ਕੀਤਾ।
ਗਰੀਬ ਨਵਾਜ ਜਾਣਦੇ ਸਨ ਵੀ ਜੇ ਮਸੰਦ ਪ੍ਰਥਾ ਅੱਗੇ ਚੱਲਦੀ ਰਹੀ, ਇਸੇ ਤਰ੍ਹਾਂ ਗਿਰਾਵਟਾਂ ਇਹਨਾਂ ਵਿੱਚ ਆਉਂਦੀਆਂ ਰਹੀਆਂ, ਸੰਗਤ ਜਿਹੜੀ ਹੈ ਗੁਰੂ ਸ਼ਬਦ ਨਾਲੋਂ, ਗੁਰੂ ਨਾਲੋਂ ਟੁੱਟ ਕੇ ਇਹਦਾ ਪ੍ਰਚਾਰ ਕੁਝ ਹੋਰ ਹੀ ਤਰੀਕੇ ਦਾ ਹੋਏਗਾ। ਕਲਗੀਧਰ ਪਾਤਸ਼ਾਹ ਵੇਲੇ ਸੰਗਤ ਨੇ ਮਹਾਰਾਜ ਕੋਲ ਸ਼ਿਕਾਇਤਾਂ ਕੀਤੀਆਂ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰੇ ਮਸੰਦਾਂ ਦਾ ਲੇਖਾ ਜੋਖਾ ਕੀਤਾ ਹੈ। ਜਿਹੜੇ ਚੇਤੂ ਵਰਗੇ ਮਸੰਦ ਗੁਰੂ ਸੰਗਤ ਨੂੰ ਖਾ ਰਹੇ ਸਨ, ਤੇ ਜੇ ਮਹਾਰਾਜ ਦੇ ਕੋਲ ਸ਼ਿਕਾਇਤ ਆਈ ਤੇ ਮਹਾਰਾਜ ਨੇ ਚੇਤੂ ਦੇ ਕੋਲੋਂ ਉਸ ਗੱਲ ਦੀ ਮਹਾਰਾਜ ਨੇ ਉਹਨੂੰ ਹਜ਼ੂਰ ਨੇ ਬਚਨ ਕਰਕੇ ਆਖਿਆ ਵੀ ਇਹਨੂੰ ਕਲੀਅਰ ਕਰੋ, ਤੁਹਾਡੇ ਬਾਰੇ ਆ ਸ਼ਿਕਾਇਤ ਆਈ ਹੈ। ਗਰੀਬ ਨਵਾਜ ਪਾਤਸ਼ਾਹ ਨੂੰ ਅੱਗੋਂ ਫਿੱਕਾ ਬੋਲਣ ਦਾ ਯਤਨ ਕਰਦਾ ਹੈ। ਆਪਣੀ ਟੋਲੀ ਬਣਾ ਕੇ ਮਹਾਰਾਜ ਨੂੰ ਆਖਣ ਲੱਗਾ, ਮਹਾਰਾਜ ਸਾਡੇ ਬਿਨਾ ਮਸੰਦਾ ਬਿਨਾ ਗੁਰੂ ਕਾਦੇ ਜੋਗਾ ਹੈ। ਮਹਾਰਾਜ ਅਸੀਂ ਹੋਵਾਂਗੇ ਤੇ ਤੁਹਾਡੀਆਂ ਭੇਟਾਵਾਂ ਆਉਣਗੀਆਂ, ਸਾਡੀਆਂ ਸੇਵਾ ਦੇ ਵਿੱਚ ਗਲਤੀਆਂ ਨਾ ਕੱਢੋ, ਕਮੀਆਂ ਨਾ ਕੱਢੋ। ਮਹਾਰਾਜ ਅਸੀਂ ਨਾ ਹੋਵਾਂਗੇ ਤੇ ਗੁਰੂ ਨੂੰ ਕੌਣ ਪੁੱਛੇਗਾ। ਮਹਾਰਾਜ ਅਸੀਂ ਲਿਆਉਂਦੇ ਖਾਂ ਸਾਰੀਆਂ ਭੇਟਾਵਾਂ, ਤਾਂ ਗੁਰੂ ਦਾ ਦਰਬਾਰ ਚੱਲਦਾ ਹੈ। ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਜਿਹੜੀ ਪਰਿਵਾਰ ਨੇ ਭੇਟਾ ਕੀਤੀ ਹੈ ਚੇਤੂ ਮਸੰਦ, ਉਹ ਇੱਥੇ ਰੱਖੋ। ਆਖਣ ਲੱਗਾ ਜੀ ਮੇਰੇ ਕੋਲ ਨਹੀਂ। ਹਜ਼ੂਰ ਪਾਤਸ਼ਾਹ ਨੇ ਸੇਵਾਦਾਰ ਭੇਜੇ, ਚੇਤੂ ਦੇ ਘਰ ਵਿੱਚੋਂ ਸਾਰਾ ਕੁਝ ਪ੍ਰਾਪਤ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਗੁਰੂ ਘਰ ਦਾ ਅਨਾਜ ਖਾ ਕੇ, ਗੁਰੂ ਕਾ ਲੰਗਰ ਫਰੀ ਦਾ ਛਕ ਕੇ ਇਹਨਾਂ ਦੇ ਹੱਡਾਂ ਵਿੱਚ ਪਾਕ ਪੈ ਗਈ ਹੈ। ਮਹਾਰਾਜ ਨੇ ਕਿਹਾ ਇਹ ਗੁਰੂ ਘਰ ਦੇ ਸੇਵਾਦਾਰ ਨਹੀਂ ਰੱਖੇ, ਇਹ ਗੁਰੂ ਘਰ ਦੇ ਲੰਬਰਦਾਰ ਬਣ ਗਏ ਨੇ। ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਇਹਨਾਂ ਨੂੰ ਕਰਨੀ ਦਾ ਫਲ ਭੁਗਤਾਉਣਾ ਪਏਗਾ। ਚੇਤੂ ਵਰਗੇ ਮਸੰਦਾਂ ਨੂੰ ਮਹਾਰਾਜ ਨੇ ਫਿਰ ਕੀਤੀ ਦਾ ਫਲ ਭੁਗਤਾਇਆ ਹੈ। ਜਿੱਥੇ ਚੇਤੂ ਵਰਗੇ ਲੋਭੀ ਮਸੰਦ ਸਨ, ਜਿਹੜੇ ਗੁਰੂ ਦੀ ਸ਼ਾਨ ਨੂੰ ਵੱਟਾ ਲਾਉਂਦੇ ਸਨ, ਸੰਗਤ ਨੂੰ ਅਪਮਾਨਿਤ ਕਰਦੇ ਸਨ, ਜਿੱਥੇ ਚੇਤੂ ਵਰਗੇ ਮਸੰਦ ਸਨ, ਉੱਥੇ ਭਾਈ ਫੇਰੂ ਵਰਗੇ ਸੱਚੇ ਸੁੱਚੇ ਸਿੱਖ ਵੀ ਸਨ, ਜਿਹੜੇ ਸਾਰੀ ਦੀ ਸਾਰੀ ਭੇਟਾ ਗੁਰੂ ਦਰਬਾਰ ਵਿੱਚ ਭੇਟਾ ਕਰਿਆ ਕਰਦੇ ਸਨ, ਤੇ ਗੁਰੂ ਘਰ ਦਾ ਸੱਚਾ ਉਪਦੇਸ਼ ਵੀ ਸੰਗਤ ਤੱਕ ਪਹੁੰਚਾਇਆ ਕਰਦੇ ਸਨ। ਮਹਾਰਾਜ ਨੇ ਜਿੱਥੇ ਚੇਤੂ ਵਰਗਿਆਂ ਨੂੰ ਸਜ਼ਾਵਾਂ ਦਿੱਤੀਆਂ, ਉੱਥੇ ਭਾਈ ਫੇਰੂ ਵਰਗਿਆਂ ਨੂੰ ਮਹਾਰਾਜ ਨੇ ਮਾਣ ਦਿੱਤਾ, ਵਡਿਆਈ ਦਿੱਤੀ। ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇ ਇੱਥੋਂ ਸਤਿਗੁਰ ਬਲਿਹਾਰੀ। ਮਹਾਰਾਜ ਨੇ ਉਹਨਾਂ ਨੂੰ ਗੱਲ ਨਾਲ ਲਾ ਕੇ ਵਡਿਆਈਆਂ ਵੀ ਬਖਸ਼ਿਸ਼ ਕੀਤੀਆਂ। ਪਰ ਮਹਾਰਾਜ ਨੇ ਭਾਈ ਫੇਰੂ ਦੀ ਸੇਵਾ ਨੂੰ ਤੇ ਮਹਾਰਾਜ ਨੇ ਸਨਮਾਨ ਦਿੱਤਾ ਹੈ। ਪਰ ਉੱਥੇ ਮਹਾਰਾਜ ਨੇ ਹੁਣ ਮਨ ਬਣਾ ਲਿਆ ਕਿ ਮਸੰਦ ਪ੍ਰਥਾ ਜਿਹੜੀ ਹੈ ਸਮਾਪਤ ਕਰ ਦਿੱਤੀ ਜਾਏ। ਸਾਧ ਸੰਗਤ ਯਾਦ ਰੱਖਣਾ, ਖਾਲਸਾ ਸਾਜਣ ਤੋਂ ਕਈ ਮਹੀਨੇ ਪਹਿਲਾਂ ਹੀ ਮਹਾਰਾਜ ਆਪਣੇ ਹੁਕਮਨਾਮਿਆਂ ਦੇ ਵਿੱਚ ਇਹ ਸ਼ਬਦ ਵਰਤਣ ਲੱਗ ਪਏ ਸਨ ਕਿ ਸੰਗਤ ਜੀ ਜਿਹੜੀ ਵੀ ਤੁਸੀਂ ਗੁਰੂ ਦਰਬਾਰ ਵਿੱਚ ਭੇਟਾ ਪਹੁੰਚਾਉਣੀ ਹੈ, ਉਹ ਸਿੱਧੀ ਆਨੰਦਪੁਰ ਸਾਹਿਬ ਸਾਡੇ ਦਰਬਾਰ ਤੱਕ ਭੇਜੋ, ਹੁੰਡੀ ਕਰਕੇ ਸਾਡੇ ਤੱਕ ਭੇਜਣੀ। ਕਿਸੇ ਮਸੰਦ ਦੇ ਰਾਹੀਂ ਤੁਸੀਂ ਸੇਵਾ ਜਿਹੜੀ ਹੈ ਦਰਬਾਰ ਵਿੱਚ ਨਹੀਂ ਭੇਜਣੀ। ਮਹਾਰਾਜ ਇਹਨਾਂ ਦੇ ਮਿਲਵਰਤਨ ਤੱਕ ਨਹੀਂ ਕਰਨਾ। ਇਹ ਵੀ ਮਹਾਰਾਜ ਨੇ ਸ਼ਬਦ ਜਿਹੜੇ ਬਿਆਨ ਕੀਤੇ। ਕਲਗੀਧਰ ਪਾਤਸ਼ਾਹ ਜਾਣਦੇ ਸਨ ਵੀ ਮਸੰਦ ਪ੍ਰਥਾ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦੇ ਦੋਖੀਏ ਬਣਨੇ ਸ਼ੁਰੂ ਹੋ ਗਏ ਨੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਮਾਛੀਵਾੜੇ ਦੀ ਸੰਗਤ ਨੂੰ ਖਾਲਸਾ ਸਾਜਣਾ ਦਿਵਸ ਤੋਂ ਠੀਕ 12 ਦਿਨ ਪਹਿਲਾਂ ਮਹਾਰਾਜ ਨੇ ਹੁਕਮਨਾਮਾ ਲਿਖਿਆ। ਜਦੋਂ ਸੰਗਤ ਨੂੰ ਆਖਿਆ ਵੀ ਤੁਸੀਂ ਆਨੰਦਪੁਰ ਸਾਹਿਬ ਆਓ, ਆਪਣੀਆਂ ਭੇਟਾਵਾਂ ਆਪ ਲੈ ਕੇ ਆਉਣੀਆਂ, ਕਿਸੇ ਮਸੰਦ ਦੇ ਰਾਹੀਂ ਨਹੀਂ ਲੈ ਕੇ ਆਉਣੀਆਂ। ਤੇ ਨਾਲ ਹੀ ਮਹਾਰਾਜ ਨੇ ਆਖਿਆ ਮਾਛੀਵਾੜੀ ਦੀ ਸੰਗਤ ਗੁਰੂ ਕਾ ਖਾਲਸਾ ਹੈ। ਇਹ ਖਾਲਸਾ ਸਾਜਣਾ ਦਿਵਸ ਤੋਂ 12 ਦਿਨ ਪਹਿਲਾਂ ਦੀ ਬਾਤ ਹੈ। ਮਹਾਰਾਜ ਨੇ ਸੰਗਤ ਸਿੱਧੀ ਆਪਣੇ ਅਧਿਕਾਰ ਖੇਤਰ ਵਿੱਚ ਕੀਤੀ, ਮਸੰਦ ਪ੍ਰਥਾ ਸਮਾਪਤ ਕਰ ਦਿੱਤੀ। ਗਰੀਬ ਨਵਾਜ ਪਾਤਸ਼ਾਹ ਜਾਣਦੇ ਸਨ ਵੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਬਦ ਨੂੰ ਗੁਰਗੱਦੀ ਦੇਣੀ ਹੈ, ਸ਼ਬਦ ਨੂੰ ਗੁਰਗੱਦੀ ਦੇਣੀ ਹੈ, ਤੇ ਮਹਾਰਾਜ ਸਨ ਵੀ ਫਿਰ ਮਸੰਦ ਪ੍ਰਥਾ ਦੀ ਲੋੜ ਨਹੀਂ, ਇਹਦੇ ਵਿੱਚ ਤਬਦੀਲੀ ਕੀਤੀ ਜਾਏ। ਆਓ ਤੱਕੀਏ ਜਰਾ, ਕਲਗੀਧਰ ਪਾਤਸ਼ਾਹ ਜੀ ਨੇ ਫਿਰ ਹੁਣ ਚੋਜ ਵਰਤਾਇਆ ਹੈ, ਕਿਉਂ ਨਾ ਇਹਨਾਂ ਨੂੰ ਦੂਰ ਕਰਕੇ ਖਾਲਸਾ ਸੰਗਤ ਜਿਹੜੀ ਹੈ ਬਿਲਕੁਲ ਨਰੋਲ ਪ੍ਰਭੂ ਦੇ ਲੜ ਲਾ ਦਿੱਤੀ ਜਾਏ। ਸਿੱਧੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਨਾਲ ਸਿੱਧਾ ਸੰਪਰਕ ਹੋਵੇ ਸੰਗਤ ਦਾ। ਮਹਾਰਾਜ ਨੇ ਮਸੰਦ ਪ੍ਰਥਾ ਖਤਮ ਕੀਤੀ ਹੈ। ਸੰਗਤ ਨੂੰ ਮਹਾਰਾਜ ਨੇ ਹੁਣ ਸਾਰੀ ਨੂੰ ਖਾਲਸਾ ਸਜਾਉਣ ਵਾਸਤੇ, ਸਾਰਾ ਪੰਥ ਇੱਕ ਵਾਰ ਇਕੱਠਾ ਕਰਨ ਵਾਸਤੇ, ਇੱਕ ਬੜਾ ਵੱਡਾ ਸਿਧਾਂਤ ਦੁਨੀਆ ਵਿੱਚ ਪ੍ਰਗਟ ਕਰਨ ਵਾਸਤੇ, ਇੱਕ ਨਿਰੋਲ ਤੇ ਨਿਰਮਲ ਪੰਥ ਦੁਨੀਆ ਵਿੱਚ ਉਜਾਗਰ ਕਰਨ ਵਾਸਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਜਿਹੜੀ ਵਿਸਾਖੀ ਆ ਰਹੀ ਹੈ, ਉਹਦੇ ਤੇ ਵੱਡਾ ਇਕੱਠ ਕਰਨ ਦੇ ਵਿਚਾਰ ਦੇ ਨਾਲ ਮਹਾਰਾਜ ਨੇ ਕਾਗਜ਼ ਲਿਆ, ਕਲਮ ਲਈ ਹੈ, ਸਿਆਹੀ ਲਿਖੀ। ਬਾਜਾਂ ਵਾਲੇ ਪ੍ਰੀਤਮ ਸ਼੍ਰੀ ਆਨੰਦਪੁਰ ਸਾਹਿਬ ਪਵਿੱਤਰ ਨਗਰੀ ਵਿੱਚ ਬੈਠ ਕੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਚਿੱਠੀਆਂ ਪਾ ਕੇ ਆਨੰਦਪੁਰ ਸਾਹਿਬ ਕਿਵੇਂ ਬੁਲਾ ਰਹੇ ਨੇ। 1699 ਦੀ ਵਿਸਾਖੀ ਇਤਿਹਾਸਿਕ ਵਿਸਾਖੀ ਬਣਨ ਜਾ ਰਹੀ ਹੈ। ਕਲਗੀਆਂ ਵਾਲੇ ਪਾਤਸ਼ਾਹ ਹੁਕਮਨਾਮੇ ਭੇਜ ਕੇ ਸੰਗਤ ਨੂੰ ਆਨੰਦਪੁਰ ਸਾਹਿਬ ਇਉਂ ਬੁਲਾ ਰਹੇ ਨੇ।
बैठ आनंदपुर सतगुरा ने चिट्ठियां पाइया, बैठ आनंदपुर सतगुरा ने चिट्ठियां पाइया, दे के हुक्म हजूर ने संगता मंगवाइया, दे के हुक्म हजूर ने संगता मंगवाइया। दे के हुक्म हजूर ने संगता मंगवाइया, दे के हुक्म हजूर ने संगता मंगवाइया। जिवें चकोरा चंद दे दर्शन नू आइया, हाँ जिवें चकोरा चंद दे दर्शन नू आइया। जिवें चकोरा चंद दे दर्शन नू आइया, जिवें चकोरा चंद दे दर्शन नू आइया। जो जो दसवंद लइया, जो दसवंद जो ले आइया, पर किसे न बुझिया नूर जी एक बुलाइया, पर किसे नूर जी एक क्यों बुलाइया, हाँ किसे न बुझिया नूर जी एक क्यों बुलाइया। जिथे गुरु नानक नाम लेवा सिख वसदे ने, तर पातशाह जी ने हुक्मनामे भेज के संगत श्री आनंदपुर साहिब विखे बुलाई। सात संगत जेड़ा जोड़ मेला है महाराज जी दे समय महाराज ने आप शुरू किया। दुआबे इलाके दे विच श्री सुल्तानपुर साहिब दे लागे एक नगर है, पिंड है जिसका नाम है डल्ला। उथों दा रहन वाला सिख है भाई परमहंस भाई पारो। भाई पारो ने गुरु अमरदास महाराज नूं बेनती की, सतगुरु सानू पूरे साल विच एक ऐसा दिन नियत कर लेना चाहिए जदों हर गुरु नानक नाम लेवा सिख गुरु घर विच पहुँचे। वड्डा इकट्ठ गुरु घर विच होना चाहिए। गुरु घर दे जो भी हुक्म हुंदे ने, फरमान हुंदे ने, उपदेश हुंदे ने, जो भी गुरु घर दी मर्यादा आप जी नियत करते हो, वो इक्के दिन वड्डा इकट्ठ होवे, सारियां संगतां तक हुक्म पहुँच जाण, तां जो संगतां उस हुक्म उत्ते अमल कर सकन, संगत उन्होंने अमल विच लिया सकन। ते जल्दी नाल सौखा तरीका है ये प्रचार दा भी महाराज आप जी साल विच एक दिन एक इकट्ठ सानू जरूर वड्डा करना चाहिए। महाराज ने अपने सेवक नूं बड़ा वड्डा मान दिता। गुरु अमरदास महाराज पातशाह जी ने आख्या, भाई पारो बड़ा सोहना विचार तुसी पेश कीता है, तुसी दसो भी किहड़ा दिन नियत करना चाहिए। आख्या सतगुरु पहली विसाख का दिन नियत कर लेना चाहिए। गुरु अमरदास महाराज ने अपने सेवक नूं मान दिंदिआं ਉਹਦੇ बचन ਨੂੰ ਪ੍ਰਵਾਨ ਕੀਤਾ। हजूर ने कहा ठीक है, एक विसाख का दिन नियत कर दिओ, हर गुरु नानक नाम लेवा सिख इस दिन गुरु घर विच पहुंचा करे। विसाखी का पहला जोड़ मेला दरियाए ब्यास के कंढे तीजे पातशाह जी का वसाया होया नगर है श्री गोइंदवाल साहिब, जिहदे बारे गुरबाणी विच महाराज अंकित करते हैं। गोइंदवाल गोबिंदपुरी सम, रब दे घर दे वांग है बराबर है। गोइंदवाल गुरु की वसाई हुई नगरी, उस नगरी दे विच साध संगत पहला विसाखी का जोड़ मेला तीजे पातशाह जी के समय लगे है। उदों तो लैके विसाखी का जोड़ मेला हर गुरु साहबान जी के वक्त में किया जाता रहा। चौथे पातशाह, पंजवें, छेवें, सतवें, अठवें, नौवें, 10वें पातशाह
ਅੱਜ ਤੱਕ ਅਸੀਂ ਖਾਲਸਾ ਸਾਜਣਾ ਦਿਵਸ ਵਿਸਾਖੀ ਦਾ ਜਿਹੜਾ ਦਿਨ ਹੈ ਬੜੀ ਸ਼ਰਧਾ ਭਾਵਨਾ ਨਾਲ ਇਕੱਠ ਗੁਰੂ ਘਰਾਂ ਵਿੱਚ ਕੀਤੇ ਜਾਂਦੇ ਨੇ। ਸੰਗਤਾਂ ਰਲ ਮਿਲ ਬੈਠ ਕੇ ਗੁਰਬਾਣੀ ਕੀਰਤਨ ਕਥਾ ਵਿਚਾਰ ਕਰਦੀਆਂ ਨੇ, ਗੁਰੂ ਘਰ ਦੇ ਉਪਦੇਸ਼ ਦੀਆਂ ਬਾਤਾਂ ਪਾਉਂਦੀਆਂ ਨੇ। ਰਹਿੰਦੀ ਦੁਨੀਆ ਤੱਕ ਇਹ ਮਰਿਆਦਾ ਚੱਲਦੀ ਰਹੇਗੀ, ਕਿਉਂਕਿ ਇਹ ਗੁਰਦੇਵ ਪਾਤਸ਼ਾਹ ਜੀ ਨੇ ਆਪ ਆਰੰਭ ਕੀਤੀ ਹੈ। ਅਕਾਲ ਚੈਨਲ ਵਧਾਈ ਦਾ ਪਾਤਰ ਹੈ। ਸਰਦਾਰ ਅਵਤਾਰ ਸਿੰਘ ਜੀ ਕੂਨਰ ਵਧਾਈ ਦੇ ਪਾਤਰ ਨੇ, ਸਰਦਾਰ ਅਮਰੀਕ ਸਿੰਘ ਜੀ ਕੂਨਰ ਵਧਾਈ ਦੇ ਪਾਤਰ ਨੇ, ਜਿਹੜੇ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਆਪਣੀ ਸਮੁੱਚੀ ਟੀਮ ਲੈ ਕੇ ਖਾਲਸੇ ਪੰਥ ਦਾ ਸਿਰਜਣਾ ਦਿਵਸ ਵਿਸਾਖੀ ਦਾ ਇਹ ਜੋੜ ਮੇਲਾ ਬੜੀ ਚੜ੍ਹਦੀ ਕਲਾ ਦੇ ਨਾਲ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਮਨਾ ਰਹੇ ਨੇ। ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਜੀ ਨੇ ਵਿਸ਼ਾਲ ਇਕੱਠ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਕੀਤਾ। ਤਕਰੀਬਨ 80,000 ਦੀ ਗਿਣਤੀ ਉਸ ਵਕਤ ਇਤਿਹਾਸਕਾਰਾਂ ਦੇ ਵੱਲੋਂ ਅੰਕਿਤ ਕੀਤੀ ਗਈ ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸੰਗਤ ਜਿਹੜੀ ਹੈ 1699 ਦੀ ਵਿਸਾਖੀ ਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਇਕੱਤਰ ਹੁੰਦੀ ਹੈ। ਸਾਧ ਸੰਗਤ ਯਾਦ ਰੱਖਣਾ, ਉਸ ਵਕਤ ਮਹਾਰਾਜ ਨੇ ਗੁਰੂ ਕਾ ਲੰਗਰ ਚੱਲ ਰਿਹਾ ਹੈ। ਕੁਝ ਵਿਦਵਾਨ ਪੰਡਿਤ ਆਏ ਜਿਹੜੇ ਵਿਦਿਆ ਵਿੱਚ ਬੜੇ ਮਾਹਰ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਲੰਗਰ ਪ੍ਰਸ਼ਾਦਾ ਛਕੋ। ਪੰਡਿਤ ਜੀ ਵਿਦਵਾਨ ਹੋ ਤੁਸੀਂ, ਗੁਰੂ ਘਰ ਵਿੱਚ ਆਇਓ, ਜੀ ਆਇਆ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਉਹਨਾਂ ਨੇ ਬੈਠੇ ਹੋਏ ਸਿੱਖਾਂ ਵੱਲ ਵੇਖ ਕੇ ਘਿਰਣਾ ਕੀਤੀ। ਆਖਿਆ ਮਹਾਰਾਜ ਇਹ ਨੀਵੀਆਂ ਜਾਤਾਂ ਵਾਲੇ ਲੋਕ ਨੇ, ਇਹ ਸ਼ੂਦਰ ਲੋਕ ਨੇ, ਅਸੀਂ ਵਿਦਵਾਨ ਹਾਂ, ਵਿਦਿਆ ਪੜ੍ਹੀ ਹੈ, ਵੇਦਾਂ ਦੇ ਗਿਆਤਾ ਹਾਂ, 4 ਵੇਦ ਸਾਨੂੰ ਕੰਠ ਨੇ, ਅਰਥ ਸਾਨੂੰ ਆਉਂਦੇ ਨੇ। ਮਹਾਰਾਜ ਅਸੀਂ ਧਾਰਮਿਕ ਲੋਕ ਹਾਂ, ਸਾਡਾ ਬੜਾ ਵੱਡਾ ਸਨਮਾਨ ਹੈ, ਮੰਦਰਾਂ ਦੇ ਵਿੱਚ ਰਹਿਣ ਵਾਲੇ ਪੁਜਾਰੀ ਹਾਂ। ਮਹਾਰਾਜ ਅਸੀਂ ਰੱਬ ਦੇ ਕੋਲ ਰਹਿਣ ਵਾਲੇ ਹਾਂ। ਇਹ ਨੀਵੀਆਂ ਜਾਤਾਂ ਵਾਲਿਆਂ ਦੇ ਲਾਗੇ ਬਹਿ ਕੇ ਅਸੀਂ ਪ੍ਰਸ਼ਾਦਾ ਨਹੀਂ ਛਕ ਸਕਦੇ, ਸਾਡੇ ਵਾਸਤੇ ਪੰਗਤ ਵੱਖਰੀ ਲੱਗਣੀ ਚਾਹੀਦੀ ਹੈ। ਮਹਾਰਾਜ ਨੇ ਕਿਹਾ ਪੰਗਤ ਗੁਰੂ ਨਾਨਕ ਦੇ ਦਰਬਾਰ ਦੀ ਕਦੇ ਅਕਬਰ ਬਾਦਸ਼ਾਹ ਵੇਲੇ ਵੱਖਰੀ ਨਹੀਂ ਲੱਗੀ। ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਕਦੇ ਆਇਆ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ, ਪੰਗਤ ਵਿੱਚ ਬੈਠ ਕੇ ਉਹਨੇ ਪ੍ਰਸ਼ਾਦਾ ਛਕਿਆ ਬਰਾਬਰ। ਮਹਾਰਾਜ ਨੇ ਕਿਹਾ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਸੰਗਤ ਵੀ ਬਰਾਬਰ ਹੈ ਤੇ ਪੰਗਤ ਵੀ ਬਰਾਬਰ ਹੈ। ਸਤਿਗੁਰਾਂ ਨੇ ਕਿਹਾ ਵੱਖਰੀ ਪੰਗਤ ਨਹੀਂ, ਅਗਰ ਤੁਹਾਨੂੰ ਵਿਦਿਆ ਦਾ ਮਾਣ ਹੈ, ਵਿਦਿਆ ਕਰਕੇ ਤੁਸੀਂ ਘਿਰਣਾ ਕਰਦੇ ਹੋ। ਮਹਾਰਾਜ ਨੇ ਕਿਹਾ ਇਨਹੀ ਕੋ ਵਿਦਵਾਨ ਬਣਾऊं, ਕਥਾ ਕਰਨ ਕੀ ਰੀਤ ਚਲਾऊं, ਤਬੈ ਗੋਬਿੰਦ ਸਿੰਘ ਨਾਮ ਕਹਾऊं। ਮੈਂ ਇਹਨਾਂ ਨੂੰ ਵਿਦਵਾਨ ਬਣਾ ਦਿਆਂਗਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਨਿਮਾਣੇ ਸਿੱਖਾਂ ਨੂੰ ਗੱਲ ਨਾ ਲਾਇਆ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਜਿਹੜੇ ਵਿਦਿਆ ਦਾ ਮਾਣ ਚੁੱਕੀ ਫਿਰਦੇ ਸਨ। ਮਹਾਰਾਜ ਨੇ ਕਿਹਾ ਹੰਕਾਰੀ ਨੂੰ ਕੋਈ ਥਾਂ ਨਹੀਂ ਗੁਰੂ ਘਰ ਦੇ ਵਿੱਚ। ਗੁਰੂ ਨਾਨਕ ਦੇ ਘਰ ਦੇ ਵਿੱਚ ਨਾਨਕ ਉੱਤਮ ਨੀਚ ਨਾ ਕੋਏ, ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਇੱਥੇ ਸਾਰੇ ਬਰਾਬਰ ਨੇ। ਹੰਕਾਰੀਆਂ ਨੂੰ ਕੋਈ ਥਾਂ ਨਹੀਂ। ਗੁਰੂ ਨਿਮਾਣਿਆਂ ਦਾ ਮਾਣ ਹੈ, ਗੁਰੂ ਨਿਤਾਣਿਆਂ ਦਾ ਤਾਣ ਹੈ, ਗੁਰੂ ਨਿਓਟਿਆਂ ਦੀ ਓਟ ਹੈ। ਮਹਾਰਾਜ ਨੇ ਮਾਣ ਦਿੱਤਾ ਹੈ ਆਪਣੇ ਸਿੱਖਾਂ ਨੂੰ। ਹੰਕਾਰੀ ਲੋਕ ਪਿੱਛੇ ਹੋ ਗਏ, ਉਹਨਾਂ ਨੇ ਜਾਤ ਪਾਤ ਹਿਰਦੇ ਵਿੱਚ ਰੱਖੀ। ਪਰ ਗਰੀਬ ਨਵਾਜ ਪਾਤਸ਼ਾਹ ਜੀ ਜਾਤ ਪਾਤ ਊਚ ਨੀਚ ਭਰਮ ਭੇਦ ਮਿਟਾ ਕੇ ਸਮੁੱਚੀ ਮਾਨਵਤਾ ਨੂੰ ਇੱਕ ਜਾਮਾ ਪਹਿਨਾਉਣਾ ਚਾਹੁੰਦੇ ਨੇ। ਉਹ ਹੈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ। 80,000 ਦਾ ਇਕੱਠ ਹੈ, ਤੰਬੂ ਲੱਗਿਆ ਹੋਇਆ, ਸਟੇਜ ਲੱਗੀ ਹੋਈ ਹੈ, ਸੰਗਤ ਬੈਠੀ ਹੈ। ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜ ਗਏ। ਗੁਰੂ ਘਰ ਦੇ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿਨਾ। ਗੁਰੂ ਕੇ ਰਾਗੀਆਂ ਨੇ ਬਾਣੀ ਦਾ ਕੀਰਤਨ ਕੀਤਾ। ਉਪਰੰਤ ਕਵੀ ਜਨਾਂ ਦੀ ਵਾਰੀ ਆਈ। ਉਹਨਾਂ ਨੇ ਸੰਗਤ ਨੂੰ ਕਾਵ ਰਚਨਾਵਾਂ ਸੁਣਾ ਕੇ ਨਿਹਾਲ ਕੀਤਾ। ਗੁਰੂ ਕੇ ਢਾਡੀ ਮੀਰ ਮੁਸ਼ਕੀ ਤੇ ਮੀਰ ਸ਼ਬੀਲਾ 10ਵੇਂ ਪਾਤਸ਼ਾਹ ਦੇ ਦਰਬਾਰੀ ਢਾਡੀ, 2 ਜਿਨ੍ਹਾਂ ਦੀ ਗਿਣਤੀ ਹੈ ਭਾਈ ਮੁਸ਼ਕੀ ਤੇ ਮੀਰ ਸ਼ਬੀਲਾ, ਇਹ 2 ਢਾਡੀ ਨੇ। 80,000 ਦੇ ਇਕੱਠ ਵਿੱਚ ਖੜ ਕੇ ਢੱਡ ਤੇ ਸਰੰਗੀ ਲੈ ਕੇ ਉਹਨਾਂ ਨੇ ਵੀਰ ਰੱਸੀ ਵਾਰਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਇਧਰ ਸਾਜ਼ ਚੱਲ ਰਹੇ ਨੇ, ਵਾਰਾਂ ਗਾਈਆਂ ਜਾ ਰਹੀਆਂ ਨੇ ਤੇ ਸੰਗਤ ਬੇਸਬਰੀ ਨਾਲ ਉਡੀਕ ਰਹੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਕਦੋਂ ਸਟੇਜ ਉੱਤੇ ਆਉਣਗੇ। ਅਚਾਨਕ ਤੰਬੂ ਦਾ ਪਰਦਾ ਹਿੱਲਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਸਟੇਜ ਵੱਲ ਨੂੰ ਆ ਰਹੇ ਨੇ। ਹਜ਼ੂਰ ਜੀ ਦਾ ਚਿਹਰਾ ਬਿਲਕੁਲ ਇਉਂ ਹੈ ਜਿਵੇਂ ਸਾਧ ਸੰਗਤ ਕੋਈ ਸੂਰਜ ਵੱਲ ਅੱਖ ਭਰ ਕੇ ਨਹੀਂ ਤੱਕ ਸਕਦਾ, ਉਹਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ। ਕਲਗੀਧਰ ਪਾਤਸ਼ਾਹ ਜੀ ਦੇ ਚਿਹਰੇ ਦਾ ਪ੍ਰਤਾਪ ਵੀ ਨਾ ਚੱਲਿਆ ਜਾਣ ਵਾਲਾ ਹੈ। ਕਲਗੀ ਚਮਕਦੀ ਹੈ, ਚੱਕਰ ਚਮਕਾਰਾ ਮਾਰਦੇ ਨੇ। ਮਹਾਰਾਜ ਜੀ ਦੇ ਗਲ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਹੈ। ਹਜ਼ੂਰ ਜੀ ਦੀਆਂ ਗੋਡਿਆਂ ਤੋਂ ਲੰਮੀਆਂ ਬਾਜੂ, 1.25 ਗਜ ਚੌੜੀ ਛਾਤੀ, 6 ਫੁੱਟ ਤੋਂ ਉੱਚਾ ਕੱਦ, ਉੱਚੀ ਲੰਬੀ ਗਰਦਨ, ਡਲਕੂ ਡਲਕੂ ਕਰਦੇ ਖਿੱਚਵੇਂ ਨੇਤਰ, ਚੌੜਾ ਨੂਰਾਨੀ ਮਸਤਕ, ਹਸੂ ਹਸੂ ਕਰਦਾ ਚਿਹਰਾ, ਗੁਲਾਬ ਦੀਆਂ ਪੰਖੜੀਆਂ ਵਰਗੀਆਂ ਕੋਮਲ ਬੁੱਲੀਆਂ। ਉਹਦੇ ਵਿੱਚ ਦੰਦ ਇਦਾਂ ਸ਼ੋਭਾ ਪਾ ਰਹੇ ਨੇ ਜਿਵੇਂ ਕਿਸੇ ਕੀਮਤੀ ਧਾਗੇ ਵਿੱਚ ਮੋਤੀ ਪਰੋਏ ਹੋਏ ਹੋਣ। ਸੋਹਣਿਆਂ ਦੇ ਸੁਲਤਾਨ ਕਲਗੀਧਰ ਅੱਜ ਵੀਰ ਰਸ ਦੇ ਰੂਪ ਵਿੱਚ ਸਟੇਜ ਉੱਤੇ ਆਏ ਨੇ। ਅੱਜ ਪੰਥ ਨੂੰ, ਸਮੁੱਚੀ ਮਾਨਵਤਾ ਨੂੰ ਵਰਨ ਵੰਡ ਖਤਮ ਕਰਕੇ
ਧਰਮਾਂ ਦੇ ਵਖਰੇਵੇਂ ਖਤਮ ਕਰਕੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇਹ ਮਹਾਰਾਜ ਮਿਸ਼ਨ ਪ੍ਰਗਟ ਕਰਨ ਵਾਸਤੇ ਇੱਕ ਵੱਖਰਾ ਪੰਥ, ਨਿਆਰਾ ਪੰਥ ਚਲਾਉਣ ਵਾਸਤੇ, ਜਿਹਦੇ ਵਿੱਚ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਜਿਹਦੇ ਵਿੱਚ ਕੋਈ ਵਰਨ ਵੰਡ ਨਹੀਂ, ਜਿਹਦੇ ਵਿੱਚ ਕੋਈ ਨਫ਼ਰਤ ਨਹੀਂ, ਕੋਈ ਵੈਰ ਭਾਵਨਾ ਨਹੀਂ, ਜਿਹਦੇ ਵਿੱਚ ਬਰਾਬਰਤਾ ਹੈ, ਐਸਾ ਪੰਥ ਮਹਾਰਾਜ ਪ੍ਰਗਟ ਕਰਨ ਲੱਗੇ ਨੇ। ਹਜ਼ੂਰ ਜੀ ਦੇ ਦਸਤੇ ਮੁਬਾਰਕ ਵਿੱਚ ਸ਼੍ਰੀ ਸਾਹਿਬ ਹੈ। ਹਜ਼ੂਰ ਜੀ ਨੇ ਲਹਿਰਾ ਕੇ ਹਵਾ ਵਿੱਚ ਤੇਗ ਉੱਚੀ ਆਵਾਜ਼ ਦੇ ਕੇ ਆਖਿਆ, ਉੱਠੇ ਕੋਈ ਸਿੱਖ ਜਿਹੜਾ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰੇ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਵਾਸਾ ਹੈ, ਜਿਨੇ ਰੋਮ ਰੋਮ ਤੋਂ ਗੁਰੂ ਨਾਨਕ ਦੀ ਸਿੱਖੀ ਕਮਾਈ ਹੈ, ਜਿਨੇ ਪੜਿਆ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਜਿਹੜਾ ਸਿੱਖ ਰੋਜ਼ ਪੜਦਾ ਹੈ ਕਬੀਰ ਮੋਖੇ ਮਰਨੇ का ਚਾਉ ਹੈ, ਮਰਉ ਤਾਂ ਹਰ ਕੇ ਦੁਆਰ, ਮਤ ਹਰ ਪੁੱਛਿਆ ਕੌਣ ਹੈ ਪਰਾ ਹਮਾਰੇ ਬਾਰ। ਹਜ਼ੂਰ ਨੇ ਕਿਹਾ ਕਿ ਸੀਸ ਦੀ ਲੋੜ ਹੈ, ਉੱਠੇ ਕੋਈ ਸਿੱਖ ਜਿਹੜਾ ਉੱਠ ਕੇ ਆਪਣਾ ਸੀਸ ਮਹਾਰਾਜ ਨੂੰ, ਗੁਰਦੇਵ ਨੂੰ ਭੇਟਾ ਕਰੇ। ਸਾਨੂੰ ਇੱਕ ਸੀਸ ਦੀ ਲੋੜ ਹੈ। ਗੁਰਦੇਵ ਪਾਤਸ਼ਾਹ ਸਟੇਜ ਉੱਤੇ ਖੜ ਕੇ 80,000 ਦੇ ਇਕੱਠ ਵਿੱਚ ਹਜ਼ੂਰ ਨੇ ਅਜੇ ਆਪਣੀ ਰਸਨਾ ਤੋਂ ਇਹ ਬਚਨ ਕੀਤੇ ਹੀ ਨੇ, ਉੱਠੇ ਕੋਈ ਸਿੱਖ ਜਿਹੜਾ ਆਪਣਾ ਸੀਸ ਭੇਟਾ ਕਰੇ। ਸਾਧ ਸੰਗਤ ਲਾਹੌਰ ਦਾ ਰਹਿਣ ਵਾਲਾ ਭਾਈ ਦਇਆ ਰਾਮ ਛਾਲ ਮਾਰ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਗਿਆ। ਹਜ਼ੂਰ ਜੀ ਦੇ ਚਰਨਾਂ ਉੱਤੇ ਸੀਸ ਧਰ ਦਿੱਤਾ। ਆਖਿਆ, ਸਤਿਗੁਰੂ ਤੁਹਾਡੇ ਬਚਨ ਮੈਂ ਰੋਜ਼ ਪੜ੍ਹਦਾ ਹਾਂ, ਸਤਿਗੁਰ ਆਗਿਆ ਸੀਸ ਭੇਟ ਦਿਓ। ਗੁਰਦੇਵ ਪਾਤਸ਼ਾਹ ਤੁਸੀਂ ਜੰਗ ਦੇ ਮੈਦਾਨ ਵਿੱਚ ਸਾਡੀ ਜਾਨ ਮੰਗੋ, ਹਾਜ਼ਰ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ। ਇਹ ਤਨ ਵੀ ਤੁਹਾਡਾ, ਮਨ ਵੀ ਤੁਹਾਡਾ, ਧਨ ਵੀ ਤੁਹਾਡਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸਾਧ ਸੰਗਤ ਯਾਦ ਰੱਖਣਾ ਹੈ, ਭਾਈ ਦਇਆ ਰਾਮ ਗੁਰੂ ਘਰ ਦਾ ਕੋਈ ਨਵਾਂ ਸਿੱਖ ਨਹੀਂ, ਕੋਈ ਅਣਪਛਾਤਾ ਵਿਅਕਤੀ ਨਹੀਂ, ਬੜਾ ਪੁਰਾਣਾ ਸਿੱਖ ਹੈ, ਜਿਹਨੇ ਕਦੇ ਭੰਗਾਣੀ ਦੇ ਮੈਦਾਨ ਵਿੱਚ ਵੀ ਦੁਸ਼ਮਣ ਨਾਲ ਲੋਹੇ ਨਾਲ ਲੋਹਾ ਲਿਆ। ਭਾਈ ਦਇਆ ਰਾਮ ਕਲਗੀਧਰ ਪਾਤਸ਼ਾਹ ਜੀ ਦੇ ਤਕਰੀਬਨ 16-17 ਵਰੇ ਪੁਰਾਣੇ ਸਿੱਖ ਨੇ। ਭੰਗਾਣੀ ਦੇ ਮੈਦਾਨ ਵਿੱਚ ਵੀ ਭਾਈ ਦਇਆ ਰਾਮ ਬੜੀ ਬਹਾਦਰੀ ਨਾਲ ਲੜੇ, ਤੇ ਬੜੀ ਬਹਾਦਰੀ ਨਾਲ ਇਉਂ ਕਹਿ ਸਕਦੇ ਹਾਂ ਜਿਵੇਂ ਸਿਰ ਤਲੀ ਤੇ ਟਿਕਾ ਕੇ ਲੜਿਆ ਜਾਂਦਾ ਹੈ, ਜਿਵੇਂ ਜਾਨ ਤਲੀ ਤੇ ਧਰ ਕੇ ਲੜੀ ਜਾਂਦੀ ਹੈ। ਇੰਨੀ ਬਹਾਦਰੀ ਨਾਲ ਉਹ ਲੜੇ, ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ। ਅੱਜ ਭਾਈ ਦਇਆ ਰਾਮ ਜੀ ਨੇ ਆ ਕੇ ਆਖਿਆ, ਗੁਰਦੇਵ ਮੇਰਾ ਸੀਸ ਹਾਜ਼ਰ ਹੈ। ਕਲਗੀਧਰ ਪਾਤਸ਼ਾਹ ਜੀ ਨੇ ਬਾਂਹ ਤੋਂ ਪਕੜਿਆ। ਹਜ਼ੂਰ ਜੀ ਇਹਨੂੰ ਤੰਬੂ ਵਿੱਚ ਲੈ ਕੇ ਗਏ, ਦਾ ਸੀਸ ਪ੍ਰਵਾਨ ਕੀਤਾ। ਹਜ਼ੂਰ ਪਾਤਸ਼ਾਹ ਦੂਜੀ ਵਾਰ ਫੇਰ ਸਟੇਜ ਉੱਤੇ ਆਏ। ਨੇਤਰ ਲਾਲ ਸੁਰਖ ਨੇ ਗੁਰਦੇਵ ਜੀ ਦੇ। ਉੱਚੀ ਆਵਾਜ਼ ਵਿੱਚ ਦਾਤਾ ਨੇ ਆਖਿਆ, ਇੱਕ ਹੋਰ ਸੀਸ ਦੀ ਲੋੜ ਹੈ। ਛਾਲ ਮਾਰ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਹੋਰ ਸਿੱਖ ਆਇਆ, ਜਿਸ ਦਾ ਨਾਮ ਹੈ ਭਾਈ ਧਰਮਚੰਦ। ਇਹ ਆਇਆ ਹੈ ਦਿੱਲੀ ਦੀ ਧਰਤੀ ਤੋਂ। ਯਾਦ ਰੱਖਣਾ ਸਾਧ ਸੰਗਤ, ਜਿਹੜਾ ਪਹਿਲਾ ਸਿੱਖ ਆਇਆ ਹੈ ਦਇਆ ਰਾਮ, ਇਹਦਾ ਨਾਮ ਹੈ ਦਇਆ, ਆਇਆ ਹੈ ਲਾਹੌਰ ਤੋਂ। ਪਰ ਉਹ ਲਾਹੌਰ ਦੀ ਧਰਤੀ ਜਿੱਥੇ ਦਇਆ ਨਾਂ ਦੀ ਚੀਜ਼ ਕੋਈ ਨਹੀਂ ਸੀ। ਜਿਸ ਲਾਹੌਰ ਦੀ ਧਰਤੀ ਤੇ ਕਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ, ਤਪਾ ਕੇ, ਜਲਾ ਕੇ, ਉਹਨਾਂ ਦੇ ਸੀਸ ਵਿੱਚ ਗਰਮ ਰੇਤਾ ਪਾ ਕੇ ਸਾਰਾ ਬਦਨ ਛਾਲਿਆਂ ਨਾਲ ਭਰ ਦਿੱਤਾ ਗਿਆ। ਉਪਰੰਤ ਗੁਰਦੇਵ ਜੀ ਦੇ ਜਲੇ ਹੋਏ ਸਰੀਰ ਨੂੰ ਰਾਵੀ ਦੇ ਠੰਡੇ ਜਲ ਵਿੱਚ ਤਸੀਹੇ ਦਿੱਤੇ ਗਏ। ਜਿਸ ਲਾਹੌਰ ਵਿੱਚ ਇਹਨਾਂ ਨਿਰਦਈ ਪੁਣਾ ਹੈ, ਜਿੱਥੇ ਅੰਮ੍ਰਿਤ ਵੇਲੇ ਰੱਬ ਦੇ ਜੀਵ ਮਾਰੇ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਅੰਮ੍ਰਿਤ ਵੇਲੇ, ਫਜ਼ਲ ਦੇ ਵੇਲੇ ਜਿੱਥੇ ਰੱਬ ਦੇ ਜੀਆਂ ਦੀ ਹੱਤਿਆ ਕੀਤੀ ਜਾਂਦੀ ਹੈ, ਜਿੱਥੇ ਦਇਆ ਨਾਂ ਦੀ ਚੀਜ਼ ਕੋਈ ਨਹੀਂ, ਜਿੱਥੇ ਅਮੀਰਾਂ ਨੂੰ ਤੇ ਅੰਦਰ ਪ੍ਰਸ਼ਾਦਾ ਛਕਣ ਵਾਸਤੇ ਵਾੜ ਲਿਆ ਗਿਆ। ਪਰ ਭਾਈ ਕਮਲੀਏ ਵਰਗੇ ਸਿੱਖ, ਭਾਈ ਲੱਖੂ ਵਰਗੇ ਸਿੱਖ, ਜਿਨ੍ਹਾਂ ਨੂੰ ਕਦੇ ਬੁੱਧੂ ਨੇ ਕਹਿ ਦਿੱਤਾ ਸੀ ਵੀ ਲੱਖੂ ਤੇਰੇ ਬਸਤਰ ਪਾਟੇ ਨੇ, ਤੇਰੀ ਜਾਤ ਨੀਵੀਂ ਹੈ, ਤੂੰ ਨਮਾਣਾ ਸਿੱਖ ਹੈ, ਤੂੰ ਬਾਹਰ ਬੈਠ ਜਾ, ਅੰਦਰ ਚੰਗੇ ਚੰਗੇ ਪ੍ਰਸ਼ਾਦਾ ਛਕਦੇ ਪਏ ਨੇ, ਜਦੋਂ ਇਹ ਛਕ ਲੈਣਗੇ ਫਿਰ ਤੈਨੂੰ ਛਕਾ ਦਿਆਂਗੇ। ਉਹਦੀ ਨੀਵੀਂ ਜਾਤ ਵੇਖ ਕੇ, ਉਹਦੇ ਤਨ ਦੇ ਬਸਤਰ ਮੈਲੇ ਵੇਖ ਕੇ ਉਹਨੂੰ ਦਰਕਿਨਾਰ ਕਰ ਦਿੱਤਾ ਗਿਆ। ਉਸ ਗਰੀਬ ਨੂੰ ਮਾਣ ਨਹੀਂ ਦਿੱਤਾ ਗਿਆ, ਉਹਨੂੰ ਪ੍ਰਸ਼ਾਦਾ ਨਹੀਂ ਛਕਾਇਆ ਗਿਆ। ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਉਹ ਲਾਹੌਰ ਜਿੱਥੇ ਮਨੁੱਖ ਦੀ ਜਾਤ ਪਾਤ ਵੇਖ ਕੇ, ਬਾਹਰੀ ਪਹਿਰਾਵਾ ਵੇਖ ਕੇ ਉਹਦੇ ਤੋਂ ਕਿਨਾਰਾ ਕਰ ਲਿਆ ਜਾਏ। ਅੱਜ ਉਸ ਲਾਹੌਰ ਦੇ ਵਿੱਚੋਂ ਖਾਲਸੇ ਦਾ ਅੰਗ ਬਣਨ ਵਾਸਤੇ ਦਇਆ ਆਈ ਹੈ। ਮਹਾਰਾਜ ਨੇ ਸਭ ਤੋਂ ਪਹਿਲਾਂ ਦਇਆ ਰਾਮ ਨੂੰ ਪ੍ਰਵਾਨ ਕੀਤਾ। ਜਿਹੜਾ ਦੂਜਾ ਸਿੱਖ ਉੱਠ ਕੇ ਆਇਆ, ਇਹਦਾ ਨਾਮ ਹੈ ਧਰਮਚੰਦ, ਆਇਆ ਹੈ ਦਿੱਲੀ ਤੋਂ। ਮਹਾਰਾਜ ਨੇ ਕਿਹਾ, ਉਹ ਦਿੱਲੀ ਦੀ ਧਰਤੀ ਜਿੱਥੇ ਧਰਮ ਨਾਂ ਦੀ ਚੀਜ਼ ਕੋਈ ਨਹੀਂ, ਜਿੱਥੇ ਧਰਮ ਦੇ ਨਾਂ ਤੇ ਰਹਿਣ ਵਾਲੇ ਲੋਕ ਬੜੇ ਵਸਦੇ ਨੇ, ਧਰਮ ਬੜੇ ਵਸਦੇ ਨੇ, ਪਰ ਜਿਨ੍ਹਾਂ ਵਿੱਚੋਂ ਧਰਮੀ ਕੋਈ ਨਹੀਂ। ਸਰਮਦ ਵਰਗੇ ਫਕੀਰ ਜਿੱਥੇ ਕਤਲ ਕੀਤੇ ਗਏ, ਜਿਸ ਦਿੱਲੀ ਵਿੱਚ ਪੰਡਿਤ ਬੋਧਨ ਵਰਗੇ ਵਿਦਵਾਨ ਕਤਲ ਕੀਤੇ ਗਏ, ਜਿਸ ਦਿੱਲੀ ਦੀ ਧਰਤੀ ਤੇ ਕਦੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਕੀਤੇ ਗਏ, ਜਿਸ ਦਿੱਲੀ ਦੀ ਧਰਤੀ ਤੇ ਧਰਮੀ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਗੁਰੂ ਕੇ ਪਿਆਰੇ ਸਿੱਖ ਤਸੀਹੇ ਦੇ ਦੇ ਕੇ ਸ਼ਹੀਦ ਕੀਤੇ ਗਏ। ਮਹਾਰਾਜ ਨੇ ਕਿਹਾ, ਜਿਸ ਦਿੱਲੀ ਵਿੱਚ
ਧਰਮੀਆਂ ਦੀ ਆਵਾਜ਼ ਬੰਦ ਕਰਨ ਦੇ ਯਤਨ ਕੀਤੇ ਜਾਂਦੇ ਨੇ, ਧਰਮੀਆਂ ਉੱਤੇ ਜ਼ੁਲਮ ਕੀਤੇ ਜਾਂਦੇ ਨੇ। ਅੱਜ ਖਾਲਸੇ ਦਾ ਅੰਗ ਬਣਨ ਵਾਸਤੇ ਉਸ ਦਿੱਲੀ ਦੀ ਧਰਤੀ ਤੋਂ ਧਰਮਚੰਦ ਆਇਆ ਹੈ ਚੱਲ ਕੇ। ਗੁਰਦੇਵ ਪਾਤਸ਼ਾਹ ਜੀ ਨੇ ਸਿੱਖ ਨੂੰ ਵੀ ਪ੍ਰਵਾਨ ਕੀਤਾ, ਇਹਦਾ ਸੀਸ ਪ੍ਰਵਾਨ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ 2 ਸਿੱਖ ਪ੍ਰਵਾਨ ਕਰ ਲਏ, ਇਹਨਾਂ ਦੇ ਸੀਸ ਪ੍ਰਵਾਨ ਕਰ ਲਏ। ਤੀਜੀ ਵਾਰ ਮਹਾਰਾਜ ਤੰਬੂ ਦੇ ਵਿੱਚੋਂ ਫੇਰ ਬਾਹਰ ਨੂੰ ਆਏ। ਹਜ਼ੂਰ ਜੀ ਦੇ ਹੱਥ ਵਿੱਚ ਦਸਤੇ ਮੁਬਾਰਕ ਵਿੱਚ ਲਹੂ ਭਿੱਜੀ ਤੇਗ ਹੈ, ਲਹਿਰਾ ਕੇ ਹਵਾ ਵਿੱਚ ਤੇਗ, ਨੇਤਰ ਲਾਲ ਸੁਰਖ ਕੀਤੇ। ਕਲਗੀਧਰ ਪਾਤਸ਼ਾਹ ਜੀ ਨੇ ਬੁਲੰਦ ਆਵਾਜ਼ ਵਿੱਚ 80,000 ਦੇ ਇਕੱਠ ਦੇ ਕੋਲੋਂ ਇੱਕ ਹੋਰ ਸੀਸ ਦੀ ਮੰਗ ਇਉਂ ਕੀਤੀ ਹੈ। आके फिर दशमेश जी स्टेज ते हो नेतर लाल सी वखरा जलाल सी जोश दे नाल सी और कहंदे गज के आके फिर दशमेश जी स्टेज ते आके फिर दशमेश जी स्टेज ते नाल जोश दे के हाल ललकार एक होर सूरमे दी लोड़ है। एक होर सूरमे दी लोड़ है, देवे सीस धर्म तो वार देखा कौन कौन हुंदा कुर्बान है। वेखो कौन कौन हुंदा कुर्बान है, गली सैकड़े होण बलिहार जिवें परखदा सराप सोने खरे नूं। जिवें परखदा सराप सोने खरे नूं, सिदक परखदी है मेरी तलवार ना ता तत्तियां हो मेरी दादुए, ना ता तत्तियां थम्मा ने ठंडे होवना, ना ही फुल बन दे अंगियार। ना ता तत्तियां थम्मा ने ठंडे होवना, ना ता तत्तियां थम्मा ने ठंडे होवना, ना ही फुल बन दे अंगियार। वेख लवे संसार सारा शीतला, वेख लवे संसार सारा शीतला, अज गुरु अते सिख दा प्यार याद रहिंदियां रहिंदियां सतगुरु तेरियां, जग विच रहिंदियां खालसा तेरियां। हाँ जी हाँ वर कुड़ियां जा जाओ तो प्रेम खिलन का चाओ, सिर तर तली गली मेरी आओ। इत मार्ग पैर तरीजै सिर दीजै कान ना कीजै।
कबीर ऐसी होए परी मन को पावत कीन, मरने ते क्या डर पना जब हाथ सदौरा लीन। सतगुरां ने तीजी बार आवाज दे के आख्या, उठे कोई सूरमा ਜਿਹਦਾ मन गुरु के नाम विच रंगे, रोम रोम जिहड़ा गुरु नूं ध्याउंदा होवे, ਜਿਹਦੇ अंतशकरण विच गुरु दा वस है, जिन्हों मौत दा भय नहीं, ਜਿਹੜਾ अपना आप गुरु नूं समर्पण कर चुके है, ਜਿਹੜਾ पंथ तो जान निशावर करनी चाहुंदा है, सतगुर आग्या सीस भेट दिओ। महाराज ने बुलंद आवाज विच तीजी बार एक होर सीस भेटा करन वास्ते कहा, एक होर सूरमे की लोड़ है। इतिहास कहता है जगन्नाथपुरी का रहने वाला, जगन्नाथपुरी उड़ीसा विच है। हिंदुस्तान के वख-वख प्रांत ने, सूबे ने, उन्हां विचों एक है उड़ीसा। उन्हां विचों उथों का रहने वाला भाई हिम्मत राय कलगीधर पातशाह जी के चरणों में उठ के छाल मार के अगे आया। सत संगत कई बार असीं कह दिंदे हां भी गुरदेव पातशाह आवाज़ दिंदे रहे तो सिख सोचते रहे, सिख उड़ीकते रहे कि साडे विचों कोई दूजा उठ पवे। नहीं सत संगत, ये पंथ वो है जिन्हें कदे छेवें पातशाह वेले शहादतां देण तो किनारा नहीं किया। इस पंथ विच शहीदियां दी नींह धरी है। शहीदां दे सरताज सतगुरु गुरु अर्जन देव पातशाह जी ने, गुरु अर्जन देव पातशाह जी ने आख्या सी, जहांगीर जदों मैं तेरे जुल्म की शबील तो शहादत का जाम प्राप्त करांगा, इत्थे शहीदां दीयां लाइनां लग जाणगियां, इत्थे जलादां दे दम खुश्क हो जाणगे, तलवारां खुंडियां हो जाणगियां, तख्त डिग पैणगे, ताज डोल जाणगे, तेरे जलाद ते मेरे सिखां दे सिर वढ़दे वढ़दे थक जाणगे, पर शहीदां दा मन कदे भी शहादत देण तो डोलेगा नहीं। पंजवें पातशाह जी ने असह अते अकह कष्ट अपने तन उत्ते सहार के शहादतां दी नींह धर दित्ती भी मेरा सिख कदे मरण तो नहीं डरेगा, वो सच वास्ते सदा अपना आप कुर्बान करेगा। उस तो बाद छेवें पातशाह जी दे वेले एक एक जंग विच हज़ारां हज़ारां सिख जिहड़े ने शहादतां दा जाम प्राप्त करते रहे। साध संगत, नौवें पातशाह जी की शहादत होई। नौवें पातशाह जी दे नाल 3 सिखां ने शहीदियां दित्तियां। उन्हां शहीदियां नाल दी मिसाल आप जी नूं दुनिया के किसी होर धर्म विच पढ़न नूं नहीं मिलेगी। भाई मती दास दा जिउंदे जी आरे नाल चीरे जाना, भाई दयाल दास दा जिउंदे जी देग विच उबल के अपना आप गुरु दे प्रति भेंट कर देना, अपने आप नूं देग विच उबाल लेना, पर गुरु दे बचन तो मुख ना फेरना। भाई सती दास दा जिउंदे जी अग विच लपेट के, उन्होंने रूह विच लपेट के अग ला के साड़ दिता गया, पर गुरु के सिख ने शहादत तो मुख नहीं फेरिया। साध संगत याद रखना, खालसा साजना दिवस तो पहला सारियां शहीदियां होईयां ने। नौवें पातशाह जी की शहादत, उन्हां नाल सिखां दीयां शहीदियां। 10वें पातशाह गुरु गोबिंद सिंह महाराज जी ने खालसा साजना दिवस तो पहला कई जंगां कीतियां। महाराज ने भंगाणी का जंग किया, भंगाणी के जंग विच सिखां ने वध वध के तेगां मारियां। महाराज जी की भूआ के पुत्र भाई संगो शाह ने शहीदियां दित्तियां, भाई जीत मल ने शहीदियां दित्तियां। भंगाणी के मैदान विच कई सिखां ने शहीदियां दित्तियां। उस तो बाद महाराज ने नदाउण का युद्ध लड़िया है कलगीधर पातशाह जी ने। ਉਹਦੇ ਵਿੱਚ भी सिख बड़ी बहादुरी नाल लड़े, जिन्हां सिखां ने कदे जंग के मैदान भी शहादत तो मुख नहीं फेरिया। अज 80,000 के इकट्ठ विच खड़ के महाराज सीस की मंग करनगे तो सिख देरी लाउणगे महाराज नूं सीस भेटा करन लगे। सिख तो इन्ना प्यार करते सन महाराज नूं भी हजूर अपनी रसना तो कोई बचन सानू करन ते सही, असीं अपना तन कट कट के भी गुरु नूं भेटा कर दईए ते किते गुरु की खुशी मिल जाए तो सतगुरु पातशाह जी की असी खुशी के पात्र बन जाइए। महाराज जी के मुख चों बचन निकलती देर है। तीजा सिख महाराज जी के चरणों में हाजिर होया, जगन्नाथपुरी का रहने वाला है, नाम है इसका हिम्मत राय। महाराज ने आख्या हिम्मत राय कित्थों आया है? आख्या महाराज जगन्नाथपुरी तो। महाराज ने कहा नाम है हिम्मत, आया है जगन्नाथपुरी तो। ओ जगन्नाथपुरी जिथों के लोग जगन्नाथ के बुत की पूजा करते हैं। साध संगत उत्थे बड़ा वड्डा धार्मिक स्थान है, जगन्नाथ का मंदिर मन्निया जाता है। जगन्नाथ का बुत उत्थे लग्या होया है उड़ीसा दे विच। ਉਹਦੇ ਵਿੱਚ कृष्ण जी ਦੀਆਂ अस्थियां स्थापित कीतियां होईयां ने। अगर इस इतिहास ਨੂੰ विस्तार नाल वर्णन करिए, ਇਹਦੀ गाथा बड़ी लंबी है। ਸਕੰਦ पुराण ਦੇ ਵਿੱਚੋਂ ਇਹਦਾ ਜਾ ਕੇ हवाला मिलेगा भी ये जगन्नाथ का जिहड़ा मंदिर है बनया किवें, ਇਹਦੇ ਵਿੱਚ कृष्ण जी ਦੀਆਂ अस्थियां आईयां किवें, किस राजे ने स्थापित कराईयां। विशाल इतिहास है। खैर संखेप ਵਿੱਚ थोड़ा वर्णन करिए। जिस कारीगर ने उस बुत ਨੂੰ बनाया, उस बुत बनाउण वाले ਦੀ डील होई सी राजे नाल कि जिन्ना चिर तक के बुत कंप्लीट ना हो जाए तुसीं वेखण वास्ते नहीं आउणा, पर राजे ने अपनी डील तोड़ दी। अजे बुत पूरा बनया नहीं सी कि राजा वेखण वास्ते आ गया। जिहड़ा राजा उस बुत नूं बनवा रहा सी,
ਸਤਸੰਗਤ ਉਸ ਜਗਨਨਾਥ ਦੇ ਬੁੱਤ ਦੇ ਹੱਥ ਅਤੇ ਪੈਰ ਨਹੀਂ ਸਨ ਬਣੇ, ਬਾਕੀ ਸਾਰਾ ਬੁੱਤ ਤਿਆਰ ਹੋ ਚੁੱਕਿਆ। ਕਾਰੀਗਰ ਨੇ ਇਤਰਾਜ਼ ਕੀਤਾ ਵੀ ਮੈਂ ਤੁਹਾਡੇ ਨਾਲ ਵਾਅਦਾ ਲਿਆ ਸੀ, ਜਿੰਨਾ ਚਿਰ ਤੱਕ ਬੁੱਤ ਪੂਰਾ ਨਹੀਂ ਬਣਦਾ ਤੁਸੀਂ ਵੇਖਣ ਵਾਸਤੇ ਨਹੀਂ ਆਉਣਾ, ਤੁਸੀਂ ਵਾਅਦੇ ਤੋਂ ਫਿਰੇ ਹੋ, ਮੈਂ ਅੱਗੇ ਬੁੱਤ ਨਹੀਂ ਬਣਾਵਾਂਗਾ। ਸਤਸੰਗਤ ਉਹ ਅਧੂਰਾ ਬੁੱਤ ਹੀ ਮੁੜ ਕੇ ਜਗਨਨਾਥ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ, ਨਾ ਉਹਦੇ ਹੱਥ ਤੇ ਨਾ ਉਹਦੇ ਪੈਰ। ਤੇ ਜਿਸ ਇਨਸਾਨ ਦੇ ਹੱਥ ਪੈਰ ਹੀ ਨਹੀਂ, ਉਹਦੇ ਵਿੱਚੋਂ ਹਿੰਮਤ ਖਤਮ ਹੋ ਜਾਇਆ ਕਰਦੀ ਹੈ। ਮਹਾਰਾਜ ਨੇ ਕਿਹਾ ਜਗਨਨਾਥ ਦੇ ਲੋਕ ਉਸ ਬਿਨਾਂ ਹੱਥਾਂ ਪੈਰਾਂ ਵਾਲੇ ਬੁੱਤ ਦੀ ਪੂਜਾ ਕਰ ਕਰਕੇ ਬੇਹਿੰਮਤੇ ਹੋ ਗਏ, ਉਹਨਾਂ ਵਿੱਚੋਂ ਹਿੰਮਤ ਮੁੱਕ ਚੁੱਕੀ ਸੀ। ਹਿੰਦੁਸਤਾਨ ਗੁਲਾਮ ਹੈ, ਸਦੀਆਂ ਤੋਂ ਲੋਕ ਜਾਤਾਂ ਪਾਤਾਂ ਵਰਨ ਵੰਡ ਦੀ ਮਾਰ ਦੇ ਹੇਠਾਂ, ਇੱਕ ਪਾਸੇ ਸਰਕਾਰ ਜ਼ੁਲਮਕਾਰੀ ਹੈ, ਇੰਨਾ ਵੱਡਾ ਜ਼ੁਲਮ ਸਹਿ ਰਹੇ ਨੇ, ਪਰ ਕਿਸੇ ਨੇ, ਮਹਾਰਾਜ ਨੇ ਕਿਹਾ ਜ਼ੁਲਮ ਦੇ ਖਿਲਾਫ ਆਵਾਜ਼ ਨੇ ਬੁਲੰਦ ਕੀਤੀ। ਕਾਰਨ ਹੈ ਕਿ ਜਦੋਂ ਇਹ ਉਹਨਾਂ ਬੁੱਤਾਂ ਦੀ ਪੂਜਾ ਕਰਨਗੇ ਜਿਨ੍ਹਾਂ ਦੇ ਹੱਥ ਪੈਰ ਹੀ ਨਹੀਂ, ਜਿਹੜੇ ਬੁੱਤ ਖੁਦ ਬੇਹਿੰਮਤ ਦਾ ਪ੍ਰਤੀਕ ਨੇ, ਉਹਨਾਂ ਨੂੰ ਪੂਜਣ ਵਾਲਿਆਂ ਵਿੱਚ ਹਿੰਮਤ ਕਿੱਥੋਂ ਆ ਜਾਏਗੀ। ਅੱਜ ਖਾਲਸੇ ਦਾ ਅੰਗ ਬਣਨ ਵਾਸਤੇ ਉੱਥੋਂ ਹਿੰਮਤ ਰਾਏ ਆਇਆ ਹੈ। ਮਹਾਰਾਜ ਨੇ ਇਹਦਾ ਵੀ ਸੀਸ ਆਪਣੇ ਦਰ ਪ੍ਰਵਾਨ ਕੀਤਾ, ਇਹਦਾ ਸੀਸ ਪ੍ਰਵਾਨ ਕੀਤਾ। ਚੌਥੀ ਵਾਰ ਮਹਾਰਾਜ ਨੇ ਆਵਾਜ਼ ਦਿੱਤੀ, ਮੋਹਕਮ ਚੰਦ ਸਿੱਖ ਉੱਠ ਕੇ ਅੱਗੇ ਆਇਆ। ਗੁਜਰਾਤ ਵਿੱਚ ਸਤਸੰਗਤ ਦਵਾਰਕਾਪੁਰੀ ਹੈ, ਉੱਥੋਂ ਦਾ ਰਹਿਣ ਵਾਲਾ ਭਾਈ ਮੋਹਕਮ ਚੰਦ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਚੌਥੇ ਇਸ ਸਿੱਖ ਨੇ ਆਪਣਾ ਸੀਸ ਮਹਾਰਾਜ ਨੂੰ ਭੇਟਾ ਕੀਤਾ। ਇਸ ਸਿੱਖ ਦਾ ਨਾਮ ਹੈ ਮੋਹਕਮ ਚੰਦ, ਤੇ ਮੋਹਕਮ ਦਾ ਭਾਵ ਹੈ ਦ੍ਰਿੜਤਾ, ਸ੍ਰਿੜਤਾ, ਅਟਲ ਇਰਾਦਿਆਂ ਦਾ ਮਾਲਕ। ਮਹਾਰਾਜ ਨੇ ਕਿਹਾ ਇਹ ਉਹ ਦਵਾਰਕਾ ਹੈ ਜਿੱਥੇ ਕਦੇ ਮੈਦਾਨ ਛੱਡ ਕੇ ਚਲੇ ਗਏ ਸਨ ਕ੍ਰਿਸ਼ਨ। ਉਸ ਦਵਾਰਕਾ ਵਿੱਚ ਜਾ ਕੇ ਕ੍ਰਿਸ਼ਨ ਜੀ ਨੇ ਡੇਰਾ ਲਾ ਲਿਆ ਸੀ। ਉੱਥੇ ਕ੍ਰਿਸ਼ਨ ਜੀ ਦੀ ਮੂਰਤੀ ਬਣੀ ਹੈ, ਉਹਦੇ ਉੱਤੇ ਲਿਖਿਆ ਹੈ ਰਣ ਛੋੜ ਮੂਰਤੀ, ਭਾਵ ਮੈਦਾਨੇ ਜੰਗ ਵਿੱਚੋਂ ਆ ਗਏ ਸਨ ਕ੍ਰਿਸ਼ਨ, ਇੱਥੇ ਮੁੜ ਕੇ ਰਹੇ। ਅਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਨੂੰ ਜਿਉਂਦਿਆਂ ਵੀ ਰਣ ਛੋੜ ਕ੍ਰਿਸ਼ਨ ਕਿਹਾ ਜਾਣ ਲੱਗ ਪਿਆ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਉਪਾਸ਼ਕ ਸਨ, ਉਹਨਾਂ ਨੇ ਰਣ ਛੋੜ ਕ੍ਰਿਸ਼ਨ ਨਾਂ ਦੀ ਮੂਰਤੀ ਬਣਾ ਕੇ ਦਵਾਰਕਾ ਵਿੱਚ ਸਥਾਪਿਤ ਕੀਤੀ। ਉਸ ਮੂਰਤੀ ਉੱਤੇ ਰਣ ਛੋੜ ਮੂਰਤੀ ਲਿਖਿਆ ਹੋਇਆ ਹੈ, ਰਣ ਛੋੜ ਕ੍ਰਿਸ਼ਨ। ਸਤਸੰਗਤ ਜੰਗ ਦੇ ਮੈਦਾਨ ਵਿੱਚੋਂ ਭੱਜ ਜਾਣਾ, ਚੱਲਦੇ ਯੁੱਧ ਵਿੱਚੋਂ, ਇਹ ਕੋਈ ਬਹਾਦਰੀ ਦੀ ਨਿਸ਼ਾਨੀ ਨਹੀਂ, ਪਰ ਲੋਕਾਂ ਨੇ ਇਹਨੂੰ ਵੀ ਵਰਦਾਨ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ ਵੀ ਜੇ ਕਿਤੇ ਹਾਰ ਹੁੰਦੀ ਦਿਸੇ, ਮੈਦਾਨੇ ਜੰਗ ਵਿੱਚੋਂ ਜਾਨ ਬਚਾ ਕੇ ਨੱਸ ਜਾਣਾ ਕੋਈ ਮਾੜੀ ਬਾਤ ਨਹੀਂ। ਲੋਕਾਂ ਨੇ ਇਸ ਗੱਲ ਨੂੰ ਧਾਰ ਬਣਾ ਕੇ ਮੈਦਾਨੇ ਜੰਗ ਹਾਰਦਾ ਦਿਸ ਕੇ ਭੱਜ ਜਾਂਦੇ ਰਹੇ। ਹਿੰਦੁਸਤਾਨ ਗੁਲਾਮ ਹੁੰਦਾ ਰਿਹਾ। ਮਹਾਰਾਜ ਨੇ ਕਿਹਾ ਮੇਰਾ ਸਿੱਖ ਇੱਦਾਂ ਨਹੀਂ ਕਰੇਗਾ। ਇਹ ਜਵਾਬ ਕੀ ਉਹਦੇ ਨਿਦਾਨ ਬਣਾਏ ਅਤਹੀ ਰਣ ਮੈਂ ਤਬ ਜੂਝ ਮਰੂ। ਮੇਰਾ ਸਿੱਖ ਇੱਦਾਂ ਦਾ ਹੋਏਗਾ ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਛੱਡੈ ਖੇਤ। ਇਹਦੀ ਜਾਨ ਜਾਂਦੀ ਜਾਏ, ਲੇਕਿਨ ਇਹ ਸੱਚ ਤੋਂ, ਧਰਮ ਤੋਂ, ਮੈਦਾਨੇ ਜੰਗ ਤੋਂ, ਸ਼ਹਾਦਤ ਤੋਂ ਕਦੇ ਪੈਰ ਪਿੱਛੇ ਨਹੀਂ ਪਰਤਾਏਗਾ। ਮਹਾਰਾਜ ਨੇ ਕਿਹਾ ਜਿੱਥੋਂ ਦੇ ਲੋਕ ਰਣ ਛੋੜ ਮੂਰਤੀ ਦੀ ਪੂਜਾ ਕਰ ਕਰਕੇ ਮੈਦਾਨੇ ਜੰਗ ਨੂੰ ਛੱਡ ਦੇਣਾ, ਭੱਜ ਆਉਣਾ ਬਹਾਦਰੀ ਸਮਝਣ ਲੱਗ ਪਏ ਨੇ, ਅੱਜ ਉੱਥੋਂ ਮੋਹਕਮ ਚੰਦ ਆਇਆ ਹੈ ਜਿਹੜਾ ਕਹਿੰਦਾ ਹੈ ਦ੍ਰਿੜਤਾ ਰੱਖਣੀ ਚਾਹੀਦੀ ਹੈ, ਸ੍ਰਿੜਤਾ ਰੱਖਣੀ ਚਾਹੀਦੀ ਹੈ। ਮਹਾਰਾਜ ਨੇ ਮੋਹਕਮ ਚੰਦ ਦਾ ਵੀ ਸੀਸ ਪ੍ਰਵਾਨ ਕੀਤਾ। ਸਤਿਗੁਰੂ ਦੇ ਚਰਨਾਂ ਵਿੱਚ ਮਹਾਰਾਜ ਨੇ 5ਵੀਂ ਵਾਰ ਆਵਾਜ਼ ਦਿੱਤੀ। ਉਹ ਬਿਦਰ ਕਰਨਾਟਕਾ ਦੇ ਵਿੱਚੋਂ ਆਇਆ ਹੈ ਉੱਠ ਕੇ ਭਾਈ ਸਾਹਿਬ ਚੰਦ। ਮਹਾਰਾਜ ਨੂੰ ਉਹਨੇ ਆ ਕੇ ਆਪਣਾ ਸੀਸ ਭੇਟਾ ਕੀਤਾ। ਮਹਾਰਾਜ ਨੇ ਕਿਹਾ ਕਦੇ ਕ੍ਰਿਸ਼ਨ ਜੀ ਗਏ ਬਿਦਰ ਦੇ ਕੋਲ, ਦੁਰਯੋਧਨ ਦੇ ਰਾਜ ਮਹਲ ਉਹਨਾਂ ਨੇ ਤਿਆਗੇ, ਬਿਦਰ ਦੇ ਘਰ ਦਾ ਅਲੂਣਾ ਸਾਗ ਉਹਨਾਂ ਨੇ ਪ੍ਰਵਾਨ ਕੀਤਾ, ਦੁਰਯੋਧਨ ਦੇ ਮਹਲ ਛੱਡੇ, ਬਿਦਰ ਦੇ ਘਰ ਦਾ ਲੂਣਾ ਸਾਗ ਤੇ ਖਾਧਾ। ਪਰ ਬਿਦਰ ਦੁਰਯੋਧਨ ਦੀ ਦਾਸੀ ਦਾ ਪੁੱਤਰ ਸੀ, ਰਾਜ ਭਾਗ ਵਿੱਚ ਉਹਦਾ ਅਧਿਕਾਰ ਬਣਦਾ ਸੀ। ਪਰ ਮਹਾਰਾਜ ਨੇ ਕਿਹਾ ਕ੍ਰਿਸ਼ਨ ਜੀ ਉਹਦੇ ਘਰ ਜਾ ਕੇ ਅਲੂਣਾ ਸਾਗ ਖਾ ਕੇ ਉਹਦੇ ਪਿਆਰ ਨੂੰ ਤੇ ਉਹਨਾਂ ਨੇ ਪ੍ਰਵਾਨ ਕੀਤਾ, ਉਹਦੇ ਪਿਆਰ ਦਾ ਤੇ ਸਤਿਕਾਰ ਕੀਤਾ, ਉਹਦੀ ਭਾਵਨਾ ਨੂੰ ਤੇ ਕ੍ਰਿਸ਼ਨ ਜੀ ਨੇ ਬੜਾ ਵੱਡਾ ਸਨਮਾਨ ਦਿੱਤਾ। ਪਰ ਦੁਰਯੋਧਨ ਦੇ ਰਾਜ ਭਾਗ ਵਿੱਚ ਬਿਦਰ ਵਿੱਚ ਜਿਹੜਾ ਉਹਦਾ ਹਿੱਸਾ ਬਣਦਾ ਸੀ, ਬਰਾਬਰਤਾ ਬਣਦੀ ਸੀ, ਉਹ ਨਹੀਂ ਕ੍ਰਿਸ਼ਨ ਜੀ ਦਵਾ ਸਕੇ। ਮਹਾਰਾਜ ਨੇ ਕਿਹਾ ਉਸ ਬਿਦਰ ਦੀ ਧਰਤੀ ਤੋਂ ਸਾਹਿਬ ਚੰਦ ਖਾਲਸੇ ਵਿੱਚ ਥਾਂ ਲੈਣ ਵਾਸਤੇ, ਆਪਣੀ ਬਰਾਬਰਤਾ ਥਾਂ ਲੈਣ ਵਾਸਤੇ ਆਇਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ 5 ਸਿੱਖਾਂ ਨੂੰ ਪ੍ਰਵਾਨ ਕੀਤਾ ਹੈ, ਇਹਨਾਂ ਦੇ ਸੀਸ ਪ੍ਰਵਾਨ ਕੀਤੇ। ਇਤਿਹਾਸ ਕਹਿੰਦਾ 6ਵੀਂ ਵਾਰ ਗੁਰਦੇਵ ਪਾਤਸ਼ਾਹ ਸੀਸ ਦੀ ਮੰਗ ਕਰਨ ਵਾਸਤੇ ਸਟੇਜ ਉੱਤੇ ਨਹੀਂ ਆਏ। ਜਿਹੜੇ ਕੁਝ ਕੱਚੇ ਸਿੱਖ ਸਨ, ਜਿਹੜੇ ਕੱਚੇ ਸਨ ਗੁਰੂ ਤੇ ਭਰੋਸਾ ਨਾ ਰੱਖਣ ਵਾਲੇ, ਉਹ ਕੁਝ ਰੌਲਾ ਪਾਉਂਦੇ ਹੋਏ ਚਲੇ ਵੀ ਜਗੇ। ਬਿਨ ਸਿਦਕ ਥੇ ਜੋ बीच में, ਜਿਹੜੇ ਬਿਨਾਂ ਭਰੋਸੇ ਤੋਂ ਸਨ, ਜਿਹੜੇ ਮਸੰਦਾਂ ਦੇ ਪੁਜਾਰੀ ਸਨ, ਕਿਉਂਕਿ ਮਹਾਰਾਜ ਮਸੰਦ ਪ੍ਰਥਾ ਖਤਮ ਕਰਨ ਜਾ ਰਹੇ ਸਨ, ਇੱਕ ਨਵਾਂ ਪੰਥ ਸਿਰਜਣ ਜਾ ਰਹੇ ਸਨ, ਜਿਹੜਾ ਗੁਰੂ ਦਾ ਰੂਪ ਮਹਾਰਾਜ ਨੇ, ਜਿਹਨੂੰ ਮਹਾਰਾਜ ਨੇ ਆਪਣਾ ਰੂਪ ਐਲਾਨਣਾ ਹੈ, ਹਜ਼ੂਰ ਉਹ ਪੰਥ ਤਿਆਰ ਕਰ ਰਹੇ ਨੇ। ਮਸੰਦਾਂ ਦੇ ਪੁਜਾਰੀ ਸੰਗਤ ਵਿੱਚ ਉੱਠ ਕੇ ਚਲੇ ਗਏ, ਕੱਚੇ ਸਿੱਖ ਵੀ ਦੌੜ ਗਏ, ਪਰ ਜਿਹੜੇ ਸ਼ਰਧਾ ਵਾਲੇ ਪੱਕੇ ਸਿੱਖ ਸਨ ਮਹਾਰਾਜ ਜੀ ਦੇ ਸਾਹਮਣੇ ਡਟੇ ਰਹੇ। ਕਲਗੀਧਰ ਪਾਤਸ਼ਾਹ ਆਪ ਉਸ ਤੰਬੂ ਵਿੱਚ ਗਏ ਨੇ। ਕੁਝ ਸਮਾਂ ਮਹਾਰਾਜ ਤੰਬੂ ਵਿੱਚੋਂ ਬਾਹਰ ਨਹੀਂ ਆਏ।
ਸੰਗਤਾਂ ਉਡੀਕ ਰਹੀਆਂ ਨੇ ਕੀ ਬਣਿਆ ਹੋਏਗਾ। ਇਹ ਕੀ ਭਾਣਾ ਵਾਪਰਿਆ ਹੈ, ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਕੀ ਅੱਜ ਗੁਰਦੇਵ ਪਾਤਸ਼ਾਹ ਨਿਹੱਥੇ ਨਿਰਦੋਸ਼ ਬੇਗੁਨਾਹ ਸਿੱਖਾਂ ਦੀਆਂ ਜਾਨਾਂ ਲੈ ਰਹੇ ਨੇ। ਪਰ ਜਦੋਂ ਕੁਝ ਸਮਾਂ ਬੀਤਿਆ, ਮਹਾਰਾਜ ਨੇ ਉਹਨਾਂ ਸਿੰਘਾਂ ਨੂੰ ਤਿਆਰ ਬਰ ਤਿਆਰ ਕਰਕੇ ਸਨ ਕੇਸੀ ਇਸ਼ਨਾਨ ਕਰਾਏ, ਨੀਲੇ ਰੰਗ ਦੇ ਬਸਤਰ ਉਹਨਾਂ ਨੂੰ ਧਾਰਨ ਕਰਾਏ। ਵਿਦਵਾਨ ਲਿਖਦੇ ਨੇ ਨੀਲ ਅੰਬਰ ਸਭ ਕੋ ਪਹਿਨਾਇਆ, ਵਹੀ ਵੇਸ ਆਪਣਾ ਕੀਆ। ਆਪ ਵੀ ਮਹਾਰਾਜ ਨੇ ਨੀਲੇ ਰੰਗ ਦੇ ਬਸਤਰ ਧਾਰਨ ਕੀਤੇ ਤੇ ਉਹਨਾਂ ਨੂੰ ਵੀ ਕਰਾਏ। ਗੁਰੂ ਦਾ ਤੇ ਸਿੱਖਾਂ ਦਾ ਇੱਕੋ ਜਿਹਾ ਪਹਿਰਾਵਾ ਹੋਇਆ। ਉਹਨਾਂ ਦੇ ਸੀਸ ਉੱਤੇ ਦਮਾਲੇ, ਦਮਾਲਿਆਂ ਉੱਤੇ ਚੱਕਰ, ਕੂਹਣੀਆਂ ਤੱਕ ਬਾਹਾਂ ਉਹਨਾਂ ਦੀਆਂ ਕੜਿਆਂ ਨਾਲ ਭਰੀਆਂ। ਉਹਨਾਂ ਦੇ ਢਾਕ ਤੇ ਲਟਕਦੀ ਹੈ ਸ਼੍ਰੀ ਸਾਹਿਬ। ਉਹਨਾਂ 5 ਸਿੱਖਾਂ ਦਾ ਪਹਿਰਾਵਾ, ਮਹਾਰਾਜ ਜੀ ਦਾ ਪਹਿਰਾਵਾ ਇੱਕੋ ਜਿਹਾ ਹੈ। ਸਾਰੀਆਂ ਸੰਗਤਾਂ ਉਸ ਵੇਲੇ ਹੈਰਾਨ ਹੋ ਗਈਆਂ ਜਦੋਂ ਮਹਾਰਾਜ ਨੇ ਉਹ 5 ਸਿੱਖ ਉਹਨਾਂ ਨੂੰ ਬਿਲਕੁਲ ਸਹੀ ਸਲਾਮਤ ਚੜ੍ਹਦੀ ਕਲਾ ਵਿੱਚ ਸੰਗਤ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਸੰਗਤ ਨੇ ਆਖਿਆ ਬਿਲਕੁਲ ਗੁਰੂ ਵਿੱਚ ਸਮਰੱਥਾ ਹੈ, ਗੁਰੂ ਮੋਏ ਵਿੱਚ ਜਾਣ ਪਾ ਸਕਦਾ ਹੈ। ਅੱਜ ਸਾਧ ਸੰਗਤ ਕੇਵਲ ਗੁਰੂ ਨੇ ਮੋਏ ਸਿੱਖ ਹੀ ਜਿਉਂਦੇ ਨਹੀਂ ਕਰਨੇ, ਅੱਜ ਮਹਾਰਾਜ ਨੇ ਮੋਈ ਹੋਈ ਕੌਮ ਜਿੰਦਾ ਕਰਨੀ ਹੈ। ਮੋਏ ਹੋਏ ਭਾਰਤ ਵਰਸ਼ ਦੇ ਲੋਕ ਮਹਾਰਾਜ ਨੇ ਜਿੰਦਾ ਕਰਨੇ ਨੇ। ਕਲਗੀਧਰ ਪਾਤਸ਼ਾਹ ਜੀ ਨੇ ਉਸ ਵਕਤ ਇੱਕ ਬਾਟਾ ਮੰਗਾਇਆ, ਖੰਡਾ ਮੰਗਵਾਇਆ, ਉਹਦੇ ਵਿੱਚ ਸਤਲੁਜ ਦਾ ਜਲ ਪਾਇਆ। ਇਤਿਹਾਸ ਕਹਿੰਦਾ ਮਿਠਾਸ ਪਾਈ ਬੀਬੀ ਮਾਤਾ ਜੀਤੋ ਜੀ ਵੱਲੋਂ ਮਿਠਾਸ ਦੀ ਜਿਹੜੀ ਸੇਵਾ ਕੀਤੀ ਗਈ, ਅੰਮ੍ਰਿਤ ਸੰਚਾਰ ਜਦੋਂ ਮਹਾਰਾਜ ਨੇ ਕੀਤਾ, ਸਤਲੁਜ ਦਾ ਜਲ ਉਸ ਬਾਟੇ ਵਿੱਚ ਪਾਇਆ ਗਿਆ ਤੇ ਜਿਹੜੀ ਉਸ ਬਾਟੇ ਦੇ ਵਿੱਚ ਮਿਠਾਸ ਪਾਉਣ ਦੀ ਸੇਵਾ ਕੀਤੀ ਹੈ ਮਾਤਾ ਜੀਤੋ ਜੀ ਨੇ। ਅੰਮ੍ਰਿਤ ਸੰਚਾਰ ਦੇ ਵਿੱਚ ਬੜੀ ਵੱਡੀ ਸੇਵਾ ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਵੱਲੋਂ ਮਾਤਾ ਜੀਤੋ ਜੀ ਨੇ ਨਿਭਾਈ। ਉਹਨਾਂ ਨੇ ਬਾਟੇ ਵਿੱਚ ਮਿਠਾਸ ਪਾਉਣ ਦੀ ਸੇਵਾ ਕੀਤੀ। ਕਲਗੀਧਰ ਪਾਤਸ਼ਾਹ ਜੀ ਨੇ ਜਪਜੀ, ਜਾਪ, ਸਵਈਏ, ਚੌਪਈ ਤੇ ਆਨੰਦ 5 ਬਾਣੀਆਂ ਦਾ ਜਾਪ ਕੀਤਾ। ਗੁਰੂ ਦੀ ਦ੍ਰਿਸ਼ਟੀ ਨੂੰ ਵੀ ਅੰਮ੍ਰਿਤ ਕਿਹਾ ਜਾਂਦਾ ਹੈ। ਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੈ, ਗੁਰੂ ਦੀ ਬਾਣੀ ਵਿੱਚ ਵੀ ਅੰਮ੍ਰਿਤ ਹੈ। ਸਤ ਸੰਗਤ ਮਨੁੱਖ ਦੇ ਅੰਦਰ ਵੀ ਅੰਮ੍ਰਿਤ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਪਰ ਮਹਾਰਾਜ ਅੰਦਰ ਜਿਹੜਾ ਅੰਮ੍ਰਿਤ ਦਾ ਖੂਹ ਲੱਗਿਆ ਉਹਨੂੰ ਮਹਾਰਾਜ ਮੁੱਖ ਰਾਹੀਂ ਅੰਮ੍ਰਿਤ ਭੇਜ ਕੇ ਅੰਦਰਲਾ ਖੂਹ ਪ੍ਰਗਟ ਕਰਨਾ ਚਾਹੁੰਦੇ ਨੇ। ਆਓ ਤੱਕੀਏ ਜਰਾ, ਜਦੋਂ ਅੰਮ੍ਰਿਤ ਸੰਚਾਰ ਹੋਇਆ, 5 ਬਾਣੀਆਂ ਪੜ੍ਹੀਆਂ ਗਈਆਂ, ਅੰਮ੍ਰਿਤ ਸੰਚਾਰ ਹੋਇਆ। ਸਭ ਤੋਂ ਪਹਿਲਾਂ ਮਹਾਰਾਜ ਨੇ ਭਾਈ ਦਇਆ ਰਾਮ ਨੂੰ ਆਖਿਆ ਸਨਮੁਖ ਆਓ। ਦਇਆ ਰਾਮ ਸਨਮੁਖ ਆਏ, ਗੋਡੇ ਜ਼ਮੀਨ ਤੇ ਲਾਏ, ਬੁੱਕ ਅੱਗੇ ਕੀਤਾ। ਕਲਗੀਧਰ ਪਾਤਸ਼ਾਹ ਜੀ ਨੇ ਸੰਚਾਰ ਕੀਤੇ ਹੋਏ ਅੰਮ੍ਰਿਤ ਦੇ ਵਿੱਚੋਂ, ਖੰਡੇ ਦੀ ਪਾਹੁਲ ਦੇ ਵਿੱਚੋਂ, ਸਾਧ ਸੰਗਤ ਯਾਦ ਰੱਖਣਾ, ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ 1699 ਤੱਕ 10ਵੇਂ ਪਾਤਸ਼ਾਹ ਤੱਕ ਚਰਨਾ ਪਾਹੁਲ ਜਿਹੜੀ ਸੀ ਉਹ ਚੱਲਦੀ ਆ ਰਹੀ ਸੀ। ਚਰਨ ਧੋਏ, ਰਹਿਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਜਦੋਂ ਗੁਰੂ ਦਕਸ਼ਣਾ ਦਿੱਤੀ ਜਾਂਦੀ ਸੀ, ਸਿੱਖ ਗੁਰੂ ਦੇ ਚਰਨ ਦਾ ਅੰਮ੍ਰਿਤ ਛਕ ਲਿਆ ਕਰਦਾ ਸੀ। ਜਲ ਛਕ ਲਿਆ ਕਰਦਾ ਹੈ, ਉਹਨੂੰ ਗੁਰੂ ਦਕਸ਼ਣਾ ਸਮਝਿਆ ਜਾਂਦਾ ਹੈ। ਕਲਗੀਧਰ ਪਾਤਸ਼ਾਹ ਜਾਣਦੇ ਸਨ ਆਉਣ ਵਾਲੇ ਸਮੇਂ ਦੇ ਵਿੱਚ ਗੁਰਗੱਦੀ ਉੱਤੇ ਸਰੀਰ ਨਹੀਂ, ਗੁਰਗੱਦੀ ਉੱਤੇ ਸ਼ਬਦ ਗੁਰੂ ਬਿਰਾਜਣਾ ਹੈ। ਇਸ ਲਈ ਮਹਾਰਾਜ ਨੇ ਜਿਹੜੀ ਚਰਨ ਪਾਹੁਲ ਸੀ ਉਹਨੂੰ ਹੁਣ ਖੰਡੇ ਕੀ ਪਾਹੁਲ ਵਿੱਚ ਤਬਦੀਲ ਕੀਤਾ ਹੈ। ਮਹਾਰਾਜ ਨੇ ਕਿਹਾ ਜਦੋਂ ਗੁਰਗੱਦੀ ਉੱਤੇ ਕਿਸੇ ਸਰੀਰ ਗੁਰੂ ਨੇ ਇਸ ਰੂਪ ਵਿੱਚ ਨਹੀਂ ਬੈਠਣਾ, ਸ਼ਬਦ ਦੇ ਰੂਪ ਵਿੱਚ ਬਿਰਾਜਣਾ ਹੈ। ਇਸ ਲਈ ਮਹਾਰਾਜ ਨੇ ਫਿਰ ਚਰਨ ਪਾਹੁਲ ਹੈ ਇਹਨੂੰ ਮਹਾਰਾਜ ਨੇ ਖੰਡੇ ਕੀ ਪਾਹੁਲ ਵਿੱਚ ਤਬਦੀਲ ਕਰ ਦਿੱਤਾ। ਇੱਕ ਪਾਸੇ ਮਸੰਦ ਪ੍ਰਥਾ ਖਤਮ ਕੀਤੀ, ਦੂਜੇ ਪਾਸੇ ਮਹਾਰਾਜ ਨੇ ਜਿਹੜੀ ਚਰਨ ਪਾਹੁਲ ਹੈ ਖੰਡੇ ਕੀ ਪਾਹੁਲ ਵਿੱਚ ਤਬਦੀਲ ਕੀਤੀ। ਦਇਆ ਰਾਮ ਜੀ ਦੇ ਬੁੱਕ ਵਿੱਚ ਮਹਾਰਾਜ ਨੇ ਅੰਮ੍ਰਿਤ ਜਲ ਪਾਇਆ। 5 ਘੁੱਟਾਂ ਅੰਮ੍ਰਿਤ ਦੀਆਂ ਉਹਨਾਂ ਨੂੰ ਬਖਸ਼ਿਸ਼ ਕੀਤੀਆਂ। ਉਹਨਾਂ ਦੇ ਨੇਤਰਾਂ ਵਿੱਚ 5 ਛੱਟੇ ਮਾਰੇ ਗਏ, ਉਹਨਾਂ ਦੇ ਕੇਸਾਂ ਵਿੱਚ ਅੰਮ੍ਰਿਤ ਜਲ ਪਾਇਆ ਗਿਆ। ਜਦੋਂ ਭਾਈ ਦਇਆ ਰਾਮ ਦੇ ਬੁੱਕ ਵਿੱਚ ਅੰਮ੍ਰਿਤ ਪਾਇਆ ਜਾਂਦਾ, ਉਹ ਘੁੱਟ ਭਰਦੇ, ਨਾਲ ਹੀ ਉਹਨੂੰ ਆਖਿਆ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਅੱਜ ਤੋਂ ਵਾਹਿਗੁਰੂ ਦਾ ਹੈ, ਫਤਿਹ ਵੀ ਵਾਹਿਗੁਰੂ ਦੀ ਹੈ। ਇਹ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ। ਖਾਲਸਾ ਵਾਹਿਗੁਰੂ ਦਾ ਰੂਪ ਹੈ, ਵਾਹਿਗੁਰੂ ਦੀ ਮੌਜ ਨਾਲ ਇਹ ਪ੍ਰਗਟ ਹੋ ਰਿਹਾ ਹੈ। ਇਹਦੇ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਅੰਤਰ ਨਹੀਂ। ਆਓ ਤੱਕੀਏ ਜਰਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਹਾਰਾਜ ਨੇ ਕਿਹਾ ਦਇਆ ਰਾਮ ਅੱਜ ਤੋਂ ਬਾਅਦ ਤੁਹਾਡਾ ਨਾਮ ਦਇਆ ਰਾਮ ਨਹੀਂ, ਤੁਹਾਡੀ ਜਾਤ, ਤੁਹਾਡੀ ਕੁੱਲ, ਤੁਹਾਡੀ ਵਰਨ ਵੰਡ ਅੱਜ ਤੋਂ ਬਾਅਦ ਸਭ ਖਤਮ ਹੋਈ। ਅਬ ਤੁਮ ਗਹੋ ਆਨੰਦਪੁਰ ਵਾਸੀ, ਅੱਜ ਤੋਂ ਬਾਅਦ ਤੁਸੀਂ ਆਨੰਦਪੁਰ ਦੇ ਵਾਸੀ ਬਣੇ ਹੋ। ਮਹਾਰਾਜ ਨੇ ਕਿਹਾ ਤੁਹਾਡੀ ਜਾਤ, ਗੋਤ, ਕੁੱਲ, ਵਰਨ ਵੰਡ ਸਾਰਾ ਕੁਝ ਖਤਮ ਹੋਇਆ। ਅੱਜ ਤੋਂ ਬਾਅਦ ਤੁਹਾਡੇ ਨਾਮ ਦੇ ਮਗਰ ਸਿੰਘ ਲੱਗੇਗਾ। ਮਹਾਰਾਜ ਨੇ ਕਿਹਾ ਇਹ ਸਿੰਘ ਨਾਮ ਦੀ ਬਖਸ਼ਿਸ਼ ਅੱਜ ਤੋਂ ਬਾਅਦ ਤੁਹਾਨੂੰ ਹੈ। ਅੱਜ ਤੋਂ ਬਾਅਦ ਤੁਹਾਡੇ ਨਾਮ ਦੇ ਮਗਰ ਦਇਆ ਰਾਮ ਨਹੀਂ, ਦਇਆ ਸਿੰਘ ਹੋਏਗਾ। ਇਸੇ ਤਰ੍ਹਾਂ ਧਰਮ ਚੰਦ ਤੋਂ ਧਰਮ ਸਿੰਘ ਬਣੇ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੁਹਕਮ ਚੰਦ ਤੋਂ ਮੁਹਕਮ ਸਿੰਘ। ਮਹਾਰਾਜ ਨੇ ਆਖਿਆ ਸਾਹਿਬ ਚੰਦ ਤੋਂ ਸਾਹਿਬ ਸਿੰਘ। 5 ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ, ਖੰਡੇ ਦੀ ਪਾਹੁਲ ਲਈ, ਉਹ ਸਿੰਘ ਬਣ ਗਏ। ਹੁਣ ਉਹ ਉੱਠ ਕੇ ਖੜੇ ਹੋਏ ਤੇ ਕਲਗੀਧਰ ਪਾਤਸ਼ਾਹ ਜੀ ਨੇ ਹੁਣ ਆਪ ਉਹਨਾਂ 5 ਦੇ ਸਾਹਮਣੇ ਗੋਡੇ ਜ਼ਮੀਨ ਤੇ ਲਾਏ, ਬੁੱਕ ਅੱਗੇ ਕੀਤਾ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ
ਆਪੇ ਗੁਰ ਚੇਲਾ। ਆਪੇ ਗੁਰ ਚੇਲਾ ਦੀ ਮਰਿਆਦਾ ਮਹਾਰਾਜ ਥਾਪਣ ਲੱਗੇ ਨੇ। ਆਓ ਤੱਕੀਏ ਜਰਾ, ਮਹਾਰਾਜ ਨੇ ਕਿਹਾ ਸੀ ਅਨ ਗਰੀਬ ਸਿੱਖਣ ਕੋ ਦਇਓ ਪਾਤਸ਼ਾਹੀ, ਯਹ ਯਾਦ ਕਰਿਆ ਹਮਰੀ ਗੁਰਿਆਈ। ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਇਹ 5 ਸਿੱਖ ਨਿਤਰੇ ਸਨ, ਉਦੋਂ ਮਹਾਰਾਜ ਨੇ ਬਾਹ ਤੋਂ ਪਕੜ ਕੇ ਇਹਨਾਂ ਨੂੰ ਹਜ਼ਾਰਾਂ ਦੇ ਇਕੱਠ ਵਿੱਚ ਪੇਸ਼ ਕਰਕੇ ਆਖਿਆ ਸੀ, ਸੰਗਤ ਜੀ ਕਦੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਪਰਖ ਦੇ ਵਿੱਚੋਂ ਇੱਕ ਸਿੱਖ ਪਾਸ ਹੋਇਆ ਸੀ, ਭਾਈ ਲਹਿਣਾ। ਮਹਾਰਾਜ ਨੇ ਕਿਹਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੂਪ ਵਿੱਚ ਮੁੜ ਕੇ ਸਾਹਮਣੇ ਆਏ। ਉਦੋਂ ਇੱਕ ਸਿੱਖ ਪਰਖ ਵਿੱਚੋਂ ਪਾਸ ਹੋਇਆ ਸੀ। ਅੱਜ ਗੁਰੂ ਦੀ ਕਿਰਪਾ ਸਦਕਾ 5 ਸਿੱਖ ਪਰਖ ਵਿੱਚੋਂ ਪਾਸ ਹੋਏ ਨੇ। ਹੁਣ ਇਹਨਾਂ ਨੂੰ ਵੱਡੀ ਵਡਿਆਈ ਮਹਾਰਾਜ ਬਖਸ਼ਣ ਲੱਗੇ ਨੇ। ਉਹਨਾਂ 5 ਨੇ ਅੰਮ੍ਰਿਤ ਪਾਨ ਕਰ ਲਿਆ। ਹੁਣ ਉਹਨਾਂ ਦੇ ਸਾਹਮਣੇ ਮਹਾਰਾਜ ਨੇ ਆਪ ਅੰਮ੍ਰਿਤ ਦੀ ਮੰਗ ਕੀਤੀ। ਮਹਾਰਾਜ ਨੇ ਕਿਹਾ ਮੈਨੂੰ ਆਪਣੇ ਵਰਗਾ ਬਣਾਓ, ਜਿਵੇਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣੇ ਹੋ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਦਿਓ। ਆਓ ਤੱਕੀਏ ਜਰਾ, ਉਹਨਾਂ 5 ਦੇ ਨੇਤਰਾਂ ਵਿੱਚ ਜਲ ਹੈ। ਮਹਾਰਾਜ ਲੋਕ ਆਪਣੇ ਚੇਲੇ ਤੇ ਬਣਾਉਂਦੇ ਨੇ, ਪਰ ਅੱਜ ਚੇਲਾ ਜਿਹੜਾ ਹੈ ਉਹ ਗੁਰੂ ਦੀ ਥਾਂ ਤੇ ਖੜ ਗਿਆ ਤੇ ਗੁਰੂ ਜਿਹੜਾ ਹੈ ਉਹ ਚੇਲੇ ਦੀ ਥਾਂ ਤੇ ਬੈਠ ਗਿਆ। ਮਹਾਰਾਜ ਇੰਨਾ ਵੱਡਾ ਬਦਲਾਅ ਹਿੰਦੁਸਤਾਨ ਵਿੱਚ ਤੇ ਕੀ ਦੁਨੀਆ ਦੇ ਇਤਿਹਾਸ ਵਿੱਚ ਅਸੀਂ ਕਦੇ ਨਹੀਂ ਸੀ ਪੜ੍ਹਿਆ। ਤੁਹਾਡੇ ਵਾਂਗ ਨਿਮਾਣਿਆਂ ਨੂੰ ਮਾਣ ਕੋਈ ਨਹੀਂ ਦੇ ਸਕਦਾ। ਸਤਿਗੁਰੂ ਦੇ ਉਹਨਾਂ ਨੂੰ 5 ਨੂੰ ਆਖਿਆ, ਸਿੰਘੋ ਕੋਈ ਭਰਮ ਨਾ ਕਰੋ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਿਵਾਸ। ਤੁਸੀਂ ਮੇਰਾ ਰੂਪ ਹੋ, ਮੇਰੇ ਤੁਹਾਡੇ ਵਿੱਚ ਕੋਈ ਭੇਦ ਨਹੀਂ। ਤੁਸੀਂ ਮੈਨੂੰ ਬਿਲਕੁਲ ਭਰਮ ਤੋਂ ਰਹਿਤ ਹੋ ਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ, ਖੰਡੇ ਦੀ ਪਹਲ ਬਖਸ਼ਿਸ਼ ਕਰੋ। ਖੰਡੇ ਦੀ ਪਹਲ ਕਲਗੀਧਰ ਪਾਤਸ਼ਾਹ ਜੀ ਨੂੰ ਉਹਨਾਂ 5 ਨੇ ਦਿੱਤੀ ਹੈ। ਮਹਾਰਾਜ ਨੇ 5 ਘੁੱਟ ਅੰਮ੍ਰਿਤ ਦੇ ਛਕੇ ਨੇ, ਨੇਤਰਾਂ ਵਿੱਚ ਛਟੇ ਮਾਰੇ ਗਏ, ਕੇਸਾਂ ਵਿੱਚ ਅੰਮ੍ਰਿਤ ਜਲ ਪਾਇਆ ਗਿਆ। 5 ਨੇ ਆਖਿਆ ਮਹਾਰਾਜ ਅੱਜ ਤੋਂ ਬਾਅਦ ਆਪ ਜੀ ਦਾ ਨਾਮ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੈ। ਕਲਗੀਧਰ ਪਾਤਸ਼ਾਹ ਵੀ ਗੋਬਿੰਦ ਸਿੰਘ ਬਣੇ ਨੇ ਤੇ ਸੰਗਤਾਂ ਪਿਆਰ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੀਆਂ ਨੇ, ਕਲਗੀਧਰ ਪਾਤਸ਼ਾਹ ਵੀ ਕਹਿੰਦੀਆਂ ਨੇ। ਮਹਾਰਾਜ ਨੇ ਆਪਣਾ ਪਹਿਰਾਵਾ ਵੀ ਸਿੰਘਾਂ ਵਰਗਾ ਹੈ, ਨਾਲ ਹੁਣ ਨਾਮ ਵੀ ਜੇ ਦਇਆ ਰਾਮ ਤੋਂ ਦਇਆ ਸਿੰਘ ਬਣਿਆ ਹੈ ਤੇ ਗੋਬਿੰਦ ਰਾਏ ਵੀ ਗੋਬਿੰਦ ਸਿੰਘ ਬਣ ਗਏ ਨੇ। ਹੁਣ ਮਹਾਰਾਜ ਰਹਿਤ ਮਰਿਆਦਾ ਦੱਸਣ ਲੱਗੇ ਨੇ ਗੁਰੂ ਕੇ ਸਿੱਖ ਨੇ ਜੀਵਨ ਵਿੱਚ ਕੀ ਕਰਨਾ ਹੈ, ਕੀ ਨਹੀਂ ਕਰਨਾ, ਰਹਿਣੀ ਬਹਿਣੀ ਕਹਿਣੀ ਸਹਿਣੀ, ਰਫਤਾਰ ਦਸਤਾਰ ਗੁਫਤਾਰ, ਰਹਿਤ ਕੁਰਹਿਤ ਬਜਰ ਕੁਰਹਿਤ, ਕੀ ਸਿੱਖੀ ਦਾ ਵਿਧੀ ਵਿਧਾਨ ਹੈ, ਅੱਜ ਤੋਂ ਬਾਅਦ ਕੀ ਮਰਿਆਦਾ ਹੈ। ਮਹਾਰਾਜ ਦੱਸਣ ਜਾ ਰਹੇ ਨੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕੋ ਕਰੋ ਨਿਵਾਸ। ਇਹ ਮੇਰਾ ਰੂਪ ਨੇ, ਮੈਂ ਇਹਨਾਂ ਦਾ ਰੂਪ ਹਾਂ, ਮੇਰੇ ਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਰਿਹਾ। ਯਾਦ ਰੱਖਣਾ ਸਾਧ ਸੰਗਤ, ਕਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਲੈਣਿਆ ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਰਿਹਾ। ਕਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਖਿਆ ਸੀ ਬਾਬਾ ਅਮਰਦਾਸ ਅੱਜ ਤੋਂ ਬਾਅਦ ਤੇ ਤੁਹਾਡੇ ਮੇਰੇ ਵਿੱਚ ਕੋਈ ਅੰਤਰ ਨਹੀਂ, ਮੈਂ ਜੋਤ ਕਰਕੇ ਤੁਹਾਡੇ ਹਿਰਦੇ ਵਿੱਚ ਬਿਰਾਜ ਗਿਆ ਹਾਂ। ਅੱਜ 5 ਸਿੱਖ 10ਵੇਂ ਪਾਤਸ਼ਾਹ ਵੇਲੇ ਪਰਖ ਚੋਂ ਪਾਸ ਹੋਏ ਨੇ। ਮਹਾਰਾਜ ਨੇ ਆਖਿਆ ਸਿੰਘੋ ਮੇਰੇ ਵਿੱਚ ਤੇ ਤੁਹਾਡੇ ਵਿੱਚ ਅੱਜ ਕੋਈ ਅੰਤਰ ਨਹੀਂ ਰਿਹਾ, ਤੁਸੀਂ ਮੇਰਾ ਰੂਪ ਹੋ ਗਏ ਹੋ, ਮੈਂ ਤੁਹਾਡਾ ਰੂਪ ਹੋ ਗਿਆ ਹਾਂ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸੇ ਵਿੱਚ ਹੀ ਮੇਰਾ ਵਾਸਾ ਹੈ। ਆਓ ਤੱਕੀਏ ਜਰਾ, ਮਹਾਰਾਜ ਨੇ ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ। ਜਿਹੜੇ ਮਸੰਦਾਂ ਦੇ ਮਗਰ ਲੱਗੂ ਸਨ ਉਹ ਚਲੇ ਗਏ ਨੇ ਤੇ ਜਿਹੜੀ ਸੰਗਤ ਨੂੰ ਮਹਾਰਾਜ ਨੇ ਆਖਿਆ ਅੱਜ ਤੋਂ ਬਾਅਦ ਇਹ ਖਾਲਸਾ ਹੈ, ਕਿਸੇ ਮਸੰਦ ਦੇ ਅਧੀਨ ਨਹੀਂ, ਇਹ ਕੇਵਲ ਪਾਰ ਬ੍ਰਹਮ ਪਰਮੇਸ਼ਰ ਦੇ ਅਧੀਨ ਹੈ, ਸਿੱਧੀ ਗੁਰੂ ਦੇ ਅਧੀਨ ਹੈ, ਕੇਵਲ ਗੁਰੂ ਦੇ ਕੋਲੋਂ ਉਪਦੇਸ਼ ਗ੍ਰਹਿਣ ਕਰੇਗੀ। ਮਹਾਰਾਜ ਨੇ ਖਾਲਸਾ ਪੰਚਾਇਤ ਦੀ ਚੋਣ ਕੀਤੀ ਹੈ। ਉਹਨਾਂ ਨੂੰ 5 ਕਕਾਰ 5 ਬਾਣੀਆਂ ਸਾਰੀ ਰਹਿਤ ਮਰਿਆਦਾ ਦੱਸ ਰਹੇ ਨੇ। ਉਹਨਾਂ ਦੇ ਸੀਸ ਉੱਤੇ ਦਸਤਾਰੇ, ਮੁੱਖ ਉੱਤੇ ਦਾੜੇ ਪ੍ਰਕਾਸ਼, ਉਹ ਸ਼ਸਤਰ ਧਾਰੀ, ਉਹ ਬਾਣੀ ਦਾ ਜਾਪ ਕਰਦੇ ਨੇ। ਉਹ ਜਿਹੜਾ ਖਾਲਸਾ ਕਲਗੀਧਰ ਪਾਤਸ਼ਾਹ ਜੀ ਨੇ ਸਿਰਜਿਆ ਉਹਦੀ ਸ਼ਾਨ ਨਿਰਾਲੀ ਹੈ। ਅਨੰਦਪੁਰ ਸਾਹਿਬ ਵਿਖੇ 80,000 ਦੇ ਇਕੱਠ ਦੇ ਵਿੱਚੋਂ 20,000 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਜਿਹੜੇ ਪਹਿਲਾਂ 5 ਆਏ ਮਹਾਰਾਜ ਨੇ ਉਹਨਾਂ ਨੂੰ 5 ਪਿਆਰੇ ਦਾ ਖਿਤਾਬ ਦਿੱਤਾ। ਜਿਹੜੇ ਉਹਨਾਂ ਤੋਂ ਬਾਅਦ 5 ਸਿੱਖ ਆਏ ਮਹਾਰਾਜ ਨੇ ਉਹਨਾਂ ਨੂੰ 5 ਮੁਕਤੇ ਦਾ ਖਿਤਾਬ ਦਿੱਤਾ। ਉਸ ਤੋਂ ਬਾਅਦ 20,000 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ। ਆਓ ਤੱਕੀਏ ਜਰਾ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਖਾਲਸੇ ਦੇ ਦਰਸ਼ਨ ਕਰਨ ਵਾਸਤੇ ਪੂਰੇ ਹਿੰਦੁਸਤਾਨ ਵਿੱਚ ਚਰਚਾ ਛਿੜੀ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਿਰਜਿਆ ਹੈ। ਉਹਨਾਂ ਵਿੱਚ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ। ਮਹਾਰਾਜ ਨੇ ਉਹਨਾਂ ਨੂੰ ਆਪਣੇ ਵਾਲੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ। ਮਹਾਰਾਜ ਨੇ ਕਹਿ ਦਿੱਤਾ ਹੈ ਰਾਜ ਕਰੇਗਾ ਖਾਲਸਾ, ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹ ਮੇਰਾ ਰੂਪ ਨੇ ਤੇ ਮੈਂ ਇਹਨਾਂ ਦਾ ਰੂਪ ਹਾਂ। ਆਓ ਨਾ ਸਿੱਖਾਂ ਦੇ ਦਰਸ਼ਨ ਕਰਕੇ ਆਈਏ ਜਿਹੜੇ ਗੁਰੂ ਦਾ ਰੂਪ ਨੇ। ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਚੱਲ ਕੇ ਸੰਗਤਾਂ ਆਨੰਦਪੁਰ ਸਾਹਿਬ ਕਲਗੀਧਰ ਦੇ ਸਾਜੇ ਹੋਏ ਖਾਲਸੇ ਦੇ ਦਰਸ਼ਨ ਦੀਦਾਰ ਇਉਂ ਕਰਦੀਆਂ ਨੇ।
ਚਲੋ ਚੱਲ ਦੇਖੀਏ ਪੰਥ ਗੁਰੂ ਖਾਲਸਾ ਜੀ। ਮਾੜਿਆਂ ਦੀ ਸ਼ਾਨ ਤੇ ਗਰੀਬਾਂ ਦਾ ਜੋ ਆਸਰਾ ਹੈ। ਚਲੋ ਚੱਲ ਦੇਖੀਏ ਪੰਥ ਗੁਰੂ ਖਾਲਸਾ ਜੀ। ਮਾੜਿਆਂ ਦੀ ਸ਼ਾਨ ਤੇ ਗਰੀਬਾਂ ਦਾ ਜੋ ਆਸਰਾ ਹੈ। ਸਾਰੇ ਕਹਿੰਦੇ ਬਹੁਤ ਹੈ ਪਿਆਰਾ ਲੱਗਦਾ, ਸਾਰੇ ਕਹਿੰਦੇ ਬਹੁਤ ਹੈ ਪਿਆਰਾ ਲੱਗਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸੱਜਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸੱਜਦਾ। ਸੋਹਣਾ ਰੰਗ ਰੂਪ ਇਹਨੂੰ ਦਿੱਤਾ ਕਰਤਾਰ ਜੀ। ਪਾਪੀ ਅਪਰਾਧੀਆਂ ਦੇ ਬੇੜੇ ਦੇਵੇ ਤਾਰ ਜੀ। ਸੋਹਣਾ ਰੰਗ ਰੂਪ ਇਹਨੂੰ ਦਿੱਤਾ ਕਰਤਾਰ ਜੀ। ਪਾਪੀ ਅਪਰਾਧੀਆਂ ਦੇ ਬੇੜੇ ਦੇਵੇ ਤਾਰ ਜੀ। ਸੋਹਣਾ ਰੰਗ ਰੂਪ ਇਹਨੂੰ ਦਿੱਤਾ ਕਰਤਾਰ ਜੀ। ਪਾਪੀ ਅਪਰਾਧੀਆਂ ਦੇ ਬੇੜੇ ਦੇਵੇ ਤਾਰ ਜੀ। ਸੋਹਣਾ ਰੰਗ ਰੂਪ ਇਹਨੂੰ ਦਿੱਤਾ ਕਰਤਾਰ ਜੀ। ਪਾਪੀ ਅਪਰਾਧੀਆਂ ਦੇ ਬੇੜੇ ਦੇਵੇ ਤਾਰ ਜੀ। ਸੋਹਣਾ ਬਹੁਤਾ ਰੂਪ ਇਹਦਾ ਆਖਦੀ ਲੋਕਾਈ ਸਾਰੀ। ਸੋਹਣਾ ਬਹੁਤਾ ਰੂਪ ਇਹਦਾ ਆਖਦੀ ਲੋਕਾਈ ਸਾਰੀ। ਭਾਲਿਆਂ ਨਾ ਵਿੱਚ ਦੁਨੀਆ ਦੇ ਲੱਭਦਾ, ਭਾਲਿਆਂ ਨਾ ਵਿੱਚ ਦੁਨੀਆ ਦੇ ਲੱਭਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸੱਜਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸੱਜਦਾ। ਗੰਗਾ ਤੇ ਕਸ਼ਹਿਰਾ ਘੜਾ ਸੋਹਣੀਆਂ ਨਿਸ਼ਾਨੀਆਂ। ਗੁਜਰੀ ਦੇ ਲਾਲ ਦੀਆਂ ਏ ਮਿਹਰਬਾਨੀਆਂ। ਗੰਗਾ ਤੇ ਕਸ਼ਹਿਰਾ ਕੜਾ ਸੋਹਣੀਆਂ ਨਿਸ਼ਾਨੀਆਂ। ਗੁਜਰੀ ਦੇ ਲਾਲ ਦੀਆਂ ਇਹ ਨੇ ਮਿਹਰਬਾਨੀਆਂ। ਗੰਗਾ ਤੇ ਕਸ਼ਹਿਰਾ ਘੜਾ ਸੋਹਣੀਆਂ ਨਿਸ਼ਾਨੀਆਂ। ਗੁਜਰੀ ਦੇ ਲਾਲ ਦੀਆਂ ਏ ਮਿਹਰਬਾਨੀਆਂ। ਗੰਗਾ ਤੇ ਕਸ਼ਹਿਰਾ ਕੜਾ ਸੋਹਣੀਆਂ ਨਿਸ਼ਾਨੀਆਂ। ਗੁਜਰੀ ਦੇ ਲਾਲ ਦੀਆਂ ਇਹ ਨੇ ਮਿਹਰਬਾਨੀਆਂ। ਰਾਜ ਪਾਗ ਤਾਜ ਸਰਦਾਰੀ ਦਿੱਤੀ ਖਾਲਸੇ ਨੂੰ। ਰਾਜ ਪਾਗ ਤਾਜ ਸਰਦਾਰੀ ਦਿੱਤੀ ਖਾਲਸੇ ਨੂੰ। ਤਾਈਓ ਇਹਨੂੰ ਕਹਿੰਦੇ ਸਰਦਾਰ ਜੱਗ ਦਾ, ਤਾਈਓ ਇਹਨੂੰ ਕਹਿੰਦੇ ਸਰਦਾਰ ਜੱਗ ਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸੱਜਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸੱਜਦਾ। ਭਗਤੀ ਮਹਾਨ ਦਿੱਤੀ, ਸ਼ਕਤੀ ਦੀ ਦਾਨ ਦਿੱਤੀ। ਖਾਲਸੇ ਨੂੰ ਰੂਪ ਦਿੱਤਾ ਅਤੇ ਜਿੰਦ ਜਾਨ ਦਿੱਤੀ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ, ਜਾਓ ਬਖਸ਼ੀਆਂ ਤੁਹਾਨੂੰ ਸਰਦਾਰੀਆਂ ਨੇ। ਕੰਗਾ ਫੇਰ ਦੇ ਜਰਾ ਖਿਆਲ ਰੱਖਣਾ, ਕਦੇ ਸਿਰਾਂ ਤੇ ਚੱਲਣੀਆਂ ਆਰੀਆਂ ਨੇ। ਹੱਥ ਉੱਠੇ ਨਾ ਕਿਸੇ ਮਜਲੂਮ ਉਤੇ, ਕੜਾ ਇਹ ਨਹੀਂ ਕੜੀਆਂ ਗਈਆਂ ਮਾਰੀਆਂ ਨੇ। ਕਸ਼ ਕੜਾ ਕਿਰਪਾਨ ਦੀ ਦਾਤ ਦੇ ਕੇ ਬਖਸ਼ ਦਿੱਤੀਆਂ ਦੌਲਤਾਂ ਭਾਰੀਆਂ ਨੇ। ਸਦਾ ਰਹਿਣਾ
ਮਜਲੂਮ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਦਿੱਤਾ। ਡਰਦਾ ਰਹੇਗਾ, ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ। ਅੰਮ੍ਰਿਤ ਖੰਡੇ ਦਾ ਤੁਸਾਂ ਨੇ ਪਾਨ ਕੀਤਾ। ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ। ਜਾਗਤ ਜੋਤ ਜਪੈ ਨਿਸਬਾਸੁਰ। ਏਕ ਬਿਨਾ ਮਨ ਏਕ ਨ ਆਨੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ, ਮੜੀ ਮਠ ਭੂਲ ਨ ਮਾਨੈ। ਕੰਗਾ ਕੜਾ ਕਿਰਪਾਨ ਦੀ ਦਾਤ ਦੇ ਕੇ, ਗੁਰਾਂ ਬਖਸ਼ੀਆਂ ਸਭ ਸਰਦਾਰੀਆਂ ਨੇ। ਪੰਜਾਂ ਬਾਣੀਆਂ ਦਾ ਨਿਤ ਪਾਠ ਕਰਨਾ, ਸੁਖੀ ਰਹਿਣ ਉਹ ਜਿਨ੍ਹਾਂ ਨੇ ਧਾਰੀਆਂ ਨੇ। ਯਾਦ ਰੱਖਣਾ ਇੱਕ ਅਕਾਲ ਤਾਈ, ਕਦੇ ਆਉਣ ਨਾ ਔਕੜਾਂ ਭਾਰੀਆਂ ਨੇ। ਬਣੋ ਗੁਰੂ ਵਾਲੇ ਅੰਮ੍ਰਿਤ ਪਾਨ ਕਰ ਲੋ, ਗੱਲਾਂ ਸੱਚੀਆਂ ਨੂਰ ਉਚਾਰੀਆਂ ਨੇ। ਭਗਤੀ ਮਹਾਨ ਦਿੱਤੀ, ਸ਼ਕਤੀ ਦੀ ਦਾਨ ਦਿੱਤੀ, ਖਾਲਸੇ ਨੂੰ ਰੂਪ ਦਿੱਤਾ ਅਤੇ ਜਿੰਦ ਜਾਨ ਦਿੱਤੀ। ਭਗਤੀ ਮਹਾਨ ਦਿੱਤੀ, ਸ਼ਕਤੀ ਵੀ ਦਾਨ ਦਿੱਤੀ, ਖਾਲਸੇ ਨੂੰ ਰੂਪ ਦਿੱਤਾ ਅਤੇ ਜਿੰਦ ਜਾਨ ਦਿੱਤੀ। ਭਗਤੀ ਮਹਾਨ ਦਿੱਤੀ, ਸ਼ਕਤੀ ਦੀ ਦਾਨ ਦਿੱਤੀ, ਖਾਲਸੇ ਨੂੰ ਰੂਪ ਦਿੱਤਾ ਅਤੇ ਜਿੰਦ ਜਾਨ ਦਿੱਤੀ। ਭਗਤੀ ਮਹਾਨ ਦਿੱਤੀ, ਸ਼ਕਤੀ ਵੀ ਦਾਨ ਦਿੱਤੀ, ਖਾਲਸੇ ਨੂੰ ਰੂਪ ਦਿੱਤਾ ਅਤੇ ਜਿੰਦ ਜਾਨ ਦਿੱਤੀ। ਖਾਲਸਾ ਹੈ ਮੇਰਾ ਰੂਪ, ਮੈਂ ਹਾਂ ਰੂਪ ਖਾਲਸੇ ਦਾ। ਖਾਲਸਾ ਖਾਲਸਾ ਹੈ ਮੇਰਾ ਰੂਪ, ਮੈਂ ਹਾਂ ਰੂਪ ਖਾਲਸੇ ਦਾ। ਢਾਡੀ ਜੱਥਾ ਵੇਖੋ ਉਹਦੀ ਧੂੜ ਮੰਗਦਾ, ਢਾਡੀ ਜੱਥਾ ਵੇਖੋ ਉਹਦੀ ਧੂੜ ਮੰਗਦਾ। ਵਿੱਚ ਪੁਰੀ ਜੀ ਆਨੰਦ ਖਾਲਸਾ ਹੈ ਸਜਦਾ। 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 ਸਜਦਾ खालसा अकाल पुरख की फौज, प्रगटे खालसा परमात्मा की मौज। मेरा सिख कदे भी केस नहीं कतल कराएगा। साध संगत इस्लाम धर्म दे विच भी केस कतल किए जाते हैं, हिंदू धर्म अंदर केस कतल किए जाते हैं, पर गुरुदेव ने कहा मेरे सिख की विलक्षणता यही है, साबत सूरत दस्तार सिरा, प्रभु का दिता होया स्वरूप है, कदे भंग नहीं करेगा, वो दिते हुए स्वरूप को संभाल के रखेगा। हजूर ने कहा मेरा सिख जड़ा है वो शस्त्रधारी रहेगा, हर सिख मेरा शस्त्रधारी होएगा। अमृतपान करेगा, जिथे साबत सूरत होएगा, दस्तार सजाएगा, केसां की संभाल करेगा, केसां नूं निता प्रत कंघा करेगा, शस्त्रधारी होकर रखेगा। किरपान पान धारियं करोड़ पाप टारियं। महाराज ने कहा जत सादा धारनी होकर रखेगा, कच्छ कशहरा सदा पहन के रखेगा, जत सादा धारनी होकर रखेगा। कलगीधर पातशाह जी ने गुट दे विच गुरु का सिख कड़ा पहन के रखेगा। वहीमा भरमां दा खंडन करता है, गुरु का सिख कदे वहम भरम नहीं करता। महाराज ने कहा कड़ा बड़ा वड्डा सिखां दी पहचान होएगा। मेरा सिख गुट दे विच कड़ा पहनेगा, जिथे बाहरी तौर पर दुश्मन दे वार तो बचाएगा, उत्थे गुरु का सिख की निशानी होएगी भी इन्हें कड़ा धारिया है,
ਇਹ ਵਹਿਮ ਭਰਮ ਨਹੀਂ ਕਰਦਾ ਕਿਸੇ ਤਰ੍ਹਾਂ ਦਾ, ਇਹ ਗੁਰੂ ਨੂੰ ਸਮਰਪਿਤ ਹੈ। ਮੇਰਾ ਸਿੱਖ ਸ਼ਰਾਬ ਦਾ ਸੇਵਨ ਨਹੀਂ ਕਰੇਗਾ, ਤੰਬਾਕੂ ਦਾ ਸੇਵਨ ਨਹੀਂ ਕਰੇਗਾ। ਮਹਾਰਾਜ ਨੇ ਕਿਹਾ ਮੇਰਾ ਸਿੱਖ ਰਾਮ ਰਈਆਂ ਨਾਲ, ਧੀਰ ਮੱਲੀਆਂ ਨਾਲ, ਮੀਣਿਆਂ ਨਾਲ, ਮਹਾਰਾਜ ਨੇ ਕਿਹਾ ਜਿਹੜੇ ਮਸੰਦ ਨੇ ਇਹਨਾਂ ਨਾਲ, ਹਜ਼ੂਰ ਨੇ ਇਹਨਾਂ ਸਾਰੇ ਫਿਰਕਿਆਂ ਦਾ ਜ਼ਿਕਰ ਕੀਤਾ। ਇਹਨਾਂ ਨਾਲ ਮੇਰਾ ਗੁਰੂ का सिख ਜਿਹੜਾ है वो मिले वर्तेगा नहीं, पूजा अकाल की परचा शब्द का दीदार खालसे का। ਇਹ ਮਹਾਰਾਜ ਨੇ ਮਹਾਨ ਉਦੋਂ ਬਖਸ਼ਿਸ਼ ਕੀਤੀ। ਉਦੋਂ ਸਾਧ ਸੰਗਤ ਵਿਦਿਆ ਕਿਸੇ ਜਾਤੀ ਦੇ ਕੋਲ ਸੀ, ਸ਼ਸਤਰ ਫੜ ਕੇ ਕੋਈ ਹੋਰ ਲੜਿਆ ਕਰਦਾ ਸੀ, ਖੇਤੀ ਵਣਜ ਕੋਈ ਹੋਰ ਜਾਤੀ ਦਾ ਬੰਦਾ ਕਰਦਾ ਸੀ, ਅਤੇ ਘਰਾਂ ਦੀ ਗੰਦਗੀ ਢੋਣ ਦਾ ਕੰਮ, ਭਾਵ ਨੀਵੇਂ ਕੰਮ ਕਰਨ ਦਾ ਅਧਿਕਾਰ ਕਿਸੇ ਜਾਤੀ ਨੂੰ ਦਿੱਤਾ ਹੋਇਆ ਸੀ। ਇੱਕ ਜਾਤੀ ਦਾ ਕੰਮ ਦੂਜੀ ਜਾਤੀ ਵਾਲਾ ਨਹੀਂ ਸੀ ਕਰ ਸਕਦਾ। ਮਹਾਰਾਜ ਨੇ ਕਿਹਾ ਇੱਦਾਂ ਨਹੀਂ, ਮੇਰਾ ਸਿੱਖ ਜਿਹੜਾ ਹੈ ਵਿਦਿਆ ਵੀ ਪੜ੍ਹੇਗਾ, ਧਰਮ ਦੇ ਕਾਰਜ ਵੀ ਕਰੇਗਾ, ਸ਼ਸਤਰਧਾਰੀ ਵੀ ਹੋਏਗਾ, ਖੇਤੀ ਵਣਜ ਵਪਾਰ ਨੌਕਰੀ ਵੀ ਕਰੇਗਾ। ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ ਵਰਨ ਵੰਡ ਮਹਾਰਾਜ ਨੇ ਖਤਮ ਕਰ ਦਿੱਤੀ। ਉਸੇ ਬਾਟੇ ਵਿੱਚੋਂ ਸਿੱਖਾਂ ਨੇ ਖੰਡੇ ਦੀ ਪਹੁਲ ਲਈ, ਉਸੇ ਬਾਟੇ ਵਿੱਚੋਂ ਮਹਾਰਾਜ ਨੇ ਆਪ ਖੰਡੇ ਕੀ ਪਹੁਲ ਲਈ। ਊਚ ਨੀਚ ਵਿਤਕਰਾ ਜਾਤ ਪਾਤ ਸੁੱਚ ਪਿੱਟ ਸਭ ਖਤਮ ਕਰਕੇ ਮਹਾਰਾਜ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਬੜੀ ਵੱਡੀ ਵਡਿਆਈ ਮਹਾਰਾਜ ਨੇ ਆਉਣ ਵਾਲੇ ਸਮੇਂ ਵਿੱਚ ਬਖਸ਼ਿਸ਼ ਕੀਤੀ। ਗੁਰੂ ਜਾਣਦੇ ਸਨ ਵੀ ਆਉਣ ਵਾਲੇ ਸਮੇਂ ਵਿੱਚ ਸ਼ਬਦ ਨੇ ਗੁਰਗੱਦੀ ਤੇ ਬਿਰਾਜਣਾ ਹੈ। ਮਹਾਰਾਜ ਨੇ ਇਸ ਲਈ ਖਾਲਸਾ ਪੰਚਾਇਤ ਦੀ 5 ਸਿੱਖਾਂ ਦੀ ਚੋਣ ਕੀਤੀ। ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਵੀ ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿਮਾਨ, ਪੰਚੇ ਸੋਹੇ ਨਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਮਹਾਰਾਜ ਨੇ ਪੰਜਾਂ ਨੂੰ ਬੜੀ ਵੱਡੀ ਵਡਿਆਈ ਦਿੱਤੀ। ਆਪਣੇ ਸਿੱਖਾਂ ਨੂੰ ਮਹਾਰਾਜ ਨੇ ਆਖਿਆ ਮੇਰਾ ਰੂਪ ਨੇ, ਮੈਂ ਇਹਨਾਂ ਵਿੱਚ ਬਿਰਾਜਮਾਨ ਹਾਂ। ਜਿਹਨੇ ਮੇਰੇ ਦਰਸ਼ਨ ਕਰਨੇ ਨੇ, ਮੇਰੇ ਖਾਲਸੇ ਦੇ ਦਰਸ਼ਨ ਕਰੇ। ਇਹ ਮੇਰੀ ਸੰਗਤ ਤੇ ਮੇਰੇ ਸਿੰਘ ਮੇਰਾ ਖਾਲਸਾ ਹਨ, ਮੇਰੇ ਰੂਪ ਹਨ। ਇਹ ਵਡਿਆਈ ਮਹਾਰਾਜ ਨੇ ਉਸ ਦਿਨ ਬਖਸ਼ਿਸ਼ ਕੀਤੀ। ਐਲਾਨੀਆਂ ਤੌਰ ਤੇ ਪੰਥ ਦੀ ਸਿਰਜਣਾ ਮਹਾਰਾਜ ਜੀ ਨੇ 1699 ਦੀ ਵਿਸਾਖੀ ਤੇ ਕੀਤੀ। ਅੱਜ ਵੀ ਗੁਰੂ ਕੇ ਸਿੱਖ ਖੰਡੇ ਦੀ ਪਾਹੁਲ ਲੈ ਕੇ ਗੁਰੂ ਕਾ ਸਿੱਖ ਬਣਦੇ ਨੇ। ਤੇ ਸਾਧ ਸੰਗਤ ਉਹ ਫਿਰ ਵਹਿਮਾਂ ਭਰਮਾਂ ਕਰਮ ਕਾਂਡਾਂ ਨਸ਼ਿਆਂ ਤੋਂ ਰਹਿਤ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸੁਚੱਜੇ ਤਰੀਕੇ ਨਾਲ ਗੁਰੂ ਆਸ਼ੇ ਅਨੁਸਾਰ ਬਤੀਤ ਕਰਦੇ ਨੇ। ਸੰਤ ਸਿਪਾਹੀ ਸਿੱਖ ਮਹਾਰਾਜ ਜੀ ਨੇ ਤਿਆਰ ਕੀਤਾ। ਆਓ ਖਾਲਸਾ ਸਾਜਣਾ ਦਿਵਸ ਦੀਆਂ ਆਪ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਕੇਸਾਂ ਦੀ ਸੰਭਾਲ ਕਰੀਏ, ਨਸ਼ਿਆਂ ਦਾ ਤਿਆਗ ਕਰੀਏ, ਖੰਡੇ ਦੀ ਪਾਹੁਲ ਲੈ ਕੇ ਗੁਰੂ ਪੰਥ ਵਿੱਚ ਦਾਖਲਾ ਲੈ ਕੇ ਗੁਰੂ ਕੇ ਸਿੱਖ ਬਣੀਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਈਆਂ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹਾਂ, ਆਪੋ ਬੋਲ ਨਾ ਜਾਣਦਾ, ਮੈਂ ਕਹਾਇਆ ਸਭ ਹੁਕਮ ਆਓ ਜੀਓ। ਅਤੇ ਅਕਾਲ ਚੈਨਲ ਦੇ MD ਸਰਦਾਰ ਅਮਰੀਕ ਸਿੰਘ ਜੀ ਕੂਨਰ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ, ਜਿਹੜੇ ਬੜੀ ਚੜ੍ਹਦੀ ਕਲਾ ਨਾਲ ਜਿੱਥੇ ਸਤਿਗੁਰੂ ਜੀ ਦੀਆਂ ਬਾਣੀਆਂ ਦੇ ਜਾਪ ਆਪਣੇ ਸਟੂਡੀਓ ਵਿੱਚ ਕਰਾ ਰਹੇ ਨੇ, ਨਾਲ ਦੀ ਨਾਲ ਕੀਰਤਨ, ਕਥਾ, ਢਾਡੀ ਵਾਰਾਂ, ਗੁਰਮਤਿ ਸਮਾਗਮ, ਇਹ ਬੜੀ ਵੱਡੀ ਪ੍ਰਚਾਰ ਦੀ ਲਹਿਰ ਉਹਨਾਂ ਵੱਲੋਂ ਚੈਨਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਕਿਉਂਕਿ ਵੱਡੇ ਇਕੱਠ ਤੇ ਬੰਦ ਕੀਤੇ ਹੋਏ ਨੇ ਸਰਕਾਰਾਂ ਨੇ, ਗੁਰੂ ਘਰਾਂ ਵਿੱਚ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਤਰ ਨਹੀਂ ਹੋ ਪਾ ਰਹੀਆਂ। ਤੇ ਚੈਨਲ ਦਾ ਬੜਾ ਵੱਡਾ ਉਦਮ ਹੈ ਕਿ ਘਰਾਂ ਵਿੱਚ ਬੈਠੀਆਂ ਸੰਗਤਾਂ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਗੁਰੂ ਪ੍ਰਚਾਰ ਨਾਲ ਜੁੜੀਆਂ ਰਹਿਣ। ਪਾਵਨ ਦਿਹਾੜੇ ਅਸੀਂ ਸੁਣਦੇ ਰਹੀਏ ਉਹਨਾਂ ਦਾ ਇਤਿਹਾਸ। ਸਤਿਗੁਰੂ ਕਿਰਪਾ ਕਰਨ, ਅਕਾਲ ਚੈਨਲ ਨੂੰ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਜਿੱਥੇ ਪੰਥ ਦੇ ਪ੍ਰਚਾਰ ਵਿੱਚ ਵੱਡੀ ਸੇਵਾ ਇਹ ਚੈਨਲ ਨਿਭਾ ਰਿਹਾ ਹੈ, ਉੱਥੇ ਸਮਾਜ ਸੇਵਾ ਦੇ ਕਾਰਜ ਵੀ ਕਰਦਾ ਹੈ, ਲੋੜਵੰਦਾਂ ਦੀ ਆਵਾਜ਼ ਵੀ ਬਣਦਾ ਹੈ। ਜਿੱਥੇ ਕਿਤੇ ਕੋਈ ਮੁਸ਼ਕਲਾਂ ਆਉਂਦੀਆਂ ਨੇ, ਕੋਈ ਕੁਦਰਤੀ ਕੋਈ ਆਫਤ ਆਉਂਦੀ ਹੈ, ਉੱਥੋਂ ਦਾ ਹਾਲਾਤ ਵੀ ਦੁਨੀਆ ਵਿੱਚ ਬਿਆਨ ਕਰਕੇ ਉਹਨਾਂ ਦੀ ਮਦਦ ਕਰਨ ਵਿੱਚ ਵੀ ਅਕਾਲ ਚੈਨਲ ਅੱਗੇ ਆਉਂਦਾ ਹੈ। ਤੇ ਨਾਲ ਨਾਲ ਜਿੱਥੇ ਕਈ ਮਹੀਨਿਆਂ ਤੋਂ ਦਿੱਲੀ ਬਾਰਡਰ ਵਿਖੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਉਹਦੀ ਹਰ ਦਿਨ ਰਾਤ ਦੀ ਕਵਰੇਜ ਜਿਹੜੀ ਹੈ ਉਹ ਆਪ ਸੰਗਤਾਂ ਤੱਕ ਪਹੁੰਚਾ ਰਹੇ ਨੇ। ਇਹ ਅਕਾਲ ਚੈਨਲ ਦੀ ਸਮੁੱਚੀ ਟੀਮ, ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।